ਕਤੀੜਾਂ ਦੀ ਆਪਾਂ ਨੂੰ ਲੋੜ ਨਹੀਂ ਹੈਗੀ, ਠੀਕ ਆ ਜੀ। ਤੇ ਆਪਾਂ ਜੇ ਬੰਦੇ ਜੋੜੇ ਆ ਨਾ, ਪੁਰੇਵਾਲ ਸਾਹਿਬ ਉਹਨੂੰ ਡਿਲੀਟ ਕਰ ਦਿੱਤਾ, ਛੱਡੋ ਪਰੇ, ਉਹਨੂੰ ਕਿਹੜਾ ਕੁਝ ਦਿਖਣਾ ਹੁਣ, ਰਹਿਣ ਦਿਓ ਪਰੇ, ਨਾ ਕਰੋ ਇੱਦਾਂ। ਆਪਾਂ ਤੁਹਾਡਾ, ਮੈਂ ਨਾ ਅੱਜ ਤੁਹਾਡਾ ਧੰਨਵਾਦ ਕਰਨ ਆਇਆ ਵਾਂ, ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਆਇਆ ਵਾਂ। ਸੋ ਆਪਾਂ ਵਧੀਆ ਤਰੀਕੇ ਨਾਲ ਆਪਣੇ ਪਿਆਰ ਨਾਲ ਗੱਲ ਕਰੀਏ। ਤੇ ਇਹ ਹੁੰਦਾ ਲੋਕਾਂ ਨੂੰ ਨਾਲ ਜੋੜਨਾ, ਹੌਲੀ ਹੌਲੀ ਆਪਣੇ ਲੋਕਾਂ ਨੂੰ ਨਾਲ ਲਾਉਣਾ, ਆਪਣੀ ਜਿਹੜੀ ਥਿੰਕਿੰਗ ਆ ਉਹਨੂੰ ਕਿਸੇ ਵੀ ਤਰੀਕੇ ਲੋਕਾਂ ਦੇ ਹਿਸਾਬ ਨਾਲ ਸਮਝਾਉਣਾ ਵੀ ਹਾਂਜੀ ਬਾਈ ਜੀ ਆਹ ਗੱਲਬਾਤ ਆ। ਜ਼ਰੂਰੀ ਨਹੀਂ ਹੁੰਦੀ ਮਤਲਬ ਵੀ ਆਪਾਂ ਹਰੇਕ ਗੱਲ ਨਾਲ ਤੁਸੀਂ ਮੇਰੀ ਨਾਲ ਸਹਿਮਤ ਹੋ ਜਾਓ, ਹੈ ਨਾ। ਜੇ ਮੇਰੇ ਵਿੱਚ 5 ਗੁਣ ਹੋਣਗੇ ਤਾਂ ਮੇਰੇ 'ਚ 95 ਔਗਣ ਵੀ ਹੈਗੇ ਆ। ਤੇ ਮੈਂ ਚਾਹੁੰਦਾ ਵਾਂ ਕਿ ਮੇਰੇ ਜਿਹੜੇ ਔਗਣ ਆ ਉਹ ਤੁਹਾਡੇ ਤੱਕ ਪਹਿਲਾਂ ਪਹੁੰਚਣ, ਠੀਕ ਆ ਜੀ। ਮੇਰਾ ਗੁਣ ਜਿਹੜਾ ਵਾ ਉਹ ਕੋਈ ਤੁਹਾਨੂੰ ਪਤਾ ਹੋਵੇ ਜਾਂ ਨਾ ਹੋਵੇ, ਪਰ ਇਹ ਗੱਲ ਆ ਵੀ ਮੇਰਾ ਔਗਣ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਠੀਕ ਆ ਨਾ ਜੀ। ਸੋ ਹੁਣ ਮੈਂ ਤੁਸੀਂ ਜਿਹੜੇ ਬੰਦੇ ਮੇਰੇ ਨਾਲ ਜੁੜੇ ਹੋ, ਮੇਰਾ ਇੰਨਾ ਪਿਆਰ ਕਰਦੇ ਹੋ, ਸਤਿਕਾਰ ਕਰਦੇ ਹੋ, ਮੈਂ ਕਈ ਵਾਰੀ ਰਾਤ ਨੂੰ ਕਿਤੇ ਲੰਮੇ ਪਈ ਹੋਈਦਾ ਨਾ, ਕਿਸੇ ਵੇਲੇ ਮੂਡ ਡਿਸਟਰਬ ਹੁੰਦਾ ਵਾ, ਤੇ ਆਪਾਂ ਮਤਲਬ ਵੀ ਕਈ ਵਾਰੀ ਨਾ ਆਪਾਂ ਬੈਠ ਜਾਈਦਾ ਵਾ ਇਕੱਲੇ, ਉਦੋਂ ਸੋਚੀਦਾ ਵਾ। ਫਿਰ ਕਈ ਵਾਰੀ ਮੈਂ ਕਮੈਂਟ ਜਾਂ ਪੋਸਟ ਨਾ ਵੀ ਪਾਵਾਂ ਤਾਂ ਉਦੋਂ ਮੈਂ ਤੁਹਾਡੇ ਕਮੈਂਟ ਪੜ੍ਹਦਾ ਹੁੰਦਾ, ਤੁਹਾਡੇ ਬਾਰੇ ਸੋਚਦਾ ਹੁੰਦਾ ਵੀ ਯਾਰ ਇਹਨਾਂ ਬੰਦਿਆਂ ਨੇ ਮੇਰੇ ਕੋਲ ਕੋਈ, ਇਹਨਾਂ ਨੂੰ ਮਤਲਬ ਵੀ ਇਹਨਾਂ ਨੇ ਕੋਈ ਮਤਲਬ ਤਾਂ ਨਹੀਂ ਲੈਣਾ ਮੇਰੇ ਕੋਲ, ਇਹਨਾਂ ਨੇ ਕੋਈ ਪੈਸਾ ਤਾਂ ਨਹੀਂ ਮੰਗਣਾ ਮੇਰੇ ਕੋਲੋਂ, ਇਹਨਾਂ ਨੇ ਕੋਈ ਮਕਾਨ ਤਾਂ ਨਹੀਂ ਬਣਵਾਉਣਾ ਮੇਰੇ ਕੋਲੋਂ, ਇਹਨਾਂ ਨੇ ਕੁਝ ਨਹੀਂ ਲੈਣਾ ਮੇਰੇ ਕੋਲੋਂ। ਪਰ ਜਦੋਂ ਮੈਂ ਤੁਹਾਨੂੰ ਜਿਹੜੇ ਹੇਟਰ ਆਉਂਦੇ ਉਹਨਾਂ ਨੂੰ ਜਵਾਬ ਦਿੰਦਿਆਂ ਦੇਖਦਾ ਵਾਂ, ਜਿਹੜੇ ਮੇਰੇ ਕੋਈ ਵਿਰੋਧੀ ਆਉਂਦੇ ਜਾਂ ਮੈਨੂੰ ਗਾਲ ਕੱਢਣ ਵਾਲੇ ਆਉਂਦੇ, ਉਹਨਾਂ ਨਾਲ ਤੁਹਾਨੂੰ ਮਤਲਬ ਵੀ ਗੱਲਬਾਤ ਕਰਦਿਆਂ ਵੇਖਦਾ, ਤੁਹਾਨੂੰ ਜਵਾਬ ਦਿੰਦਿਆਂ ਵੇਖਦਾ, ਤਾਂ ਤੁਸੀਂ ਯਕੀਨ ਮਾਣਿਓ ਮੈਂ ਕਈ ਵਾਰੀ ਮੇਰੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਹੁੰਦੇ ਵੀ ਯਾਰ ਇਹਨਾਂ ਬੰਦਿਆਂ ਨੇ ਕੋਈ ਲੈਣਾ ਥੋੜ੍ਹਾ ਮੇਰਾ, ਜਿਹੜਾ ਮੇਰੇ ਕਰਕੇ ਇੰਨਾ ਲੋਕਾਂ ਨਾਲ ਮੱਥਾ ਮਾਰਨ ਡਏ ਆ। ਜਿਹੜਾ ਤੁਹਾਡਾ ਦੇਣ ਵਾ ਨਾ, ਤੁਸੀਂ ਜਿਹੜੇ ਬੰਦੇ ਮੇਰੇ ਨਾਲ ਜੁੜੇ ਹੋ, ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਕਦੀ ਵੀ ਨਹੀਂ ਦੇ ਸਕਦਾ। ਜੇ ਮੈਂ ਆਪਣੀ ਸਮਝ ਲਓ ਵੀ ਮੈਂ ਆਪਣੇ ਜਾਨ ਵੀ ਦੇ ਕੇ ਤੁਹਾਨੂੰ ਮਤਲਬ ਵੀ ਹੋਵੇ ਨਾ, ਮੈਨੂੰ ਕਿਤੇ ਮੌਕਾ ਮਿਲੇ ਵੀ ਕਿਸੇ ਬੰਦੇ ਕਰਕੇ ਮੈਨੂੰ ਜਾਨ ਵੀ ਦੇਣੀ ਪਵੇ, ਤਾਂ ਮੈਂ ਤੁਹਾਡਾ ਸਾਰਿਆਂ ਦਾ ਤਾਂ ਵੀ ਮਤਲਬ ਵੀ ਦੇਣ ਨਹੀਂ ਦੇ ਸਕਦਾ, ਕਿਉਂਕਿ ਤੁਹਾਨੂੰ ਮੇਰੇ ਨਾਲ ਕੋਈ ਮਤਲਬ ਨਹੀਂ ਗਾ, ਕੋਈ ਤੁਹਾਨੂੰ ਮੇਰੇ ਕੋਲੋਂ ਕੋਈ ਇੱਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਤੁਸੀਂ ਇਹ ਸੋਚੋ ਵੀ ਖਰੇ ਚਾਚੇ ਨੇ ਜਾਂ ਬਲਜੀਤ ਨੇ ਜਾਂ ਬਘੇਲ ਨੇ ਸਾਡੇ ਲਈ ਆਹ ਕੰਮ ਕਰਨਾ ਵਾ। ਤੁਸੀਂ ਮੇਰੇ ਨਾਲ ਕਿਉਂ ਜੁੜੇ ਹੋ? ਸ਼ਾਇਦ ਤੁਹਾਨੂੰ ਕਿਤੇ ਨਾ ਕਿਤੇ ਮੇਰੀਆਂ ਗੱਲਾਂ ਜਿਹੜੀਆਂ ਵਾ ਉਹ ਸੱਚੀਆਂ ਲੱਗਦੀਆਂ, ਕਿਤੇ ਨਾ ਕਿਤੇ ਤੁਹਾਨੂੰ ਮੇਰੀਆਂ ਗੱਲਾਂ ਮਤਲਬ ਵੀ ਚੰਗੀਆਂ ਲੱਗਦੀਆਂ ਜਾਂ ਸਹੀ ਲੱਗਦੀਆਂ, ਤਾਂ ਤੁਸੀਂ ਮੇਰੇ ਨਾਲ ਮਤਲਬ ਵੀ ਜੁੜਦੇ ਹੋ। ਤੇ ਬਾਬਾ ਜੀ ਅਜੇ ਉਹਦੀ ਦੀਪ ਦੀ ਕੋਈ ਖਬਰ ਨਹੀਂ ਹੈਗੀ, ਨਾ ਲੱਖੇ ਬਾਈ ਦੀ ਕੋਈ ਖਬਰ ਹੈਗੀ ਹੈ। ਤੇ ਰਹੀ ਗੱਲ ਵੀਰ ਜੀ ਪੈਸੇ ਪੂਸੇ ਮਤਲਬ ਵੀ ਲੈਣ ਦੀ ਕਿਸੇ ਕੋ, ਤਾਂ ਨਹੀਂ ਸਰਪੰਚ ਸਾਹਿਬ ਸ਼ਰਮਿੰਦੇ ਗੱਲ ਕਰਨ ਦੀ ਨਹੀਂ ਹੁੰਦੀ ਬਾਬੇ। ਜੇ ਆਪਾਂ ਵੇਖੀਏ ਨਾ, ਤੇ ਮੈਂ ਆਪਣੀ ਫੈਮਿਲੀ ਵਾਂਗੂ ਮੰਨਦਾ ਤੁਹਾਨੂੰ ਸਾਰਿਆਂ ਨੂੰ। ਤੇ ਜਿਹੜੇ ਆ ਨਾ ਮਤਲਬ ਵੀ ਕੋਈ ਜ਼ਰੂਰੀ ਨਹੀਂ ਹੁੰਦਾ, ਜਿਵੇਂ ਆਪਣੀਆਂ ਫੈਮਲੀਆਂ ਆਲੇ ਦੁਆਲੇ ਹੋਈਏ ਨਾ, ਤੇ ਆਪਾਂ ਜਦੋਂ ਆਲੇ ਦੁਆਲੇ ਜ਼ਰੂਰੀ ਨਹੀਂ ਹੁੰਦਾ ਸਾਰੇ ਗਵਾਂਢ ਚੰਗੇ ਹੀ ਹੁੰਦੇ ਆ, ਕੋਈ ਮਾੜੇ ਵੀ ਹੁੰਦੇ ਆ, ਹੈ ਨਾ। ਤੇ ਸੋ ਇਹ ਜਿਹੜਾ ਆਪਣਾ ਕੁਝ ਨਾ ਇਹ ਗੰਦੇ ਗਵਾਂਢ ਹੀ ਆਪਣੇ ਲਾਗੇ। ਤੇ ਤੁਹਾਡਾ ਜਿਹੜਾ ਦੇਣ ਆ, ਤੁਹਾਡਾ ਜਿਹੜਾ ਸਤਿਕਾਰ ਆ, ਉਹ ਮੈਂ ਕਦੀ ਨਹੀਂ ਜ਼ਿੰਦਗੀ ਆਪਣੀ 'ਚ ਮਤਲਬ ਕਿ ਤੁਹਾਨੂੰ ਤੁਹਾਡਾ ਦੇਣ ਨਹੀਂ ਦੇ ਸਕਦਾ ਮੈਂ। ਤੁਸੀਂ ਬਹੁਤ ਮਦਦ ਕੀਤੀ ਹੈ ਮੇਰੀ 2-3 ਮਸਲਿਆਂ ਦੇ ਵਿੱਚ, ਤੁਸੀਂ ਬਹੁਤ ਜ਼ਿਆਦਾ ਮਦਦ ਕੀਤੀ ਹੈ ਮੇਰੀ, ਤੇ ਮੈਂ ਇਸ ਗੱਲ ਦਾ ਤੁਹਾਡੇ ਨਾਲ ਹੀ ਹਮੇਸ਼ਾ ਆਭਾਰੀ ਰਹੂੰਗਾ। ਆਪਾਂ ਲੱਖੇ ਤੇ ਦੀਪ ਦੀ ਸਪੋਰਟ ਕਿਉਂ ਕਰਨ ਡਏ ਆ? ਲੱਖੇ ਦੀ ਦੀਪ ਦੀ ਸਪੋਰਟ ਕਿਉਂ ਕਰਨ ਡਏ ਆ? ਆਪਾਂ ਉਹਨਾਂ ਦੀ ਸਪੋਰਟ ਕਿਉਂ ਕਰਨ ਡਏ ਆ ਜਿਨ੍ਹਾਂ ਦੇ ਸੱਟਾਂ ਲੱਗ ਗਈਆਂ, ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ? ਆਪਾਂ ਉਹਨਾਂ ਦੀ ਸਪੋਰਟ ਇਸ ਕਰਕੇ ਕਰਨ ਡਏ ਆ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਲੱਗਦਾ ਵੀ ਸਾਨੂੰ ਇਹ ਸਾਡੀ ਜ਼ਿੰਮੇਵਾਰੀ ਆ। ਲੱਖੇ ਦੀ ਦੀਪ ਦੀ ਸਪੋਰਟ ਜਿਹੜੀ ਕਰਨੀ ਆ ਉਹ ਸਾਡੀ ਜ਼ਿੰਮੇਵਾਰੀ ਆ। ਉਹਨੂੰ ਇੱਕ ਤੁਸੀਂ ਮਤਲਬ ਵੀ ਭੱਜ ਨਹੀਂ ਸਕਦੇ ਆਪਾਂ ਇੱਥੋਂ। ਜੇ ਆਪਾਂ ਅੱਜ ਭੱਜ ਜਾਵਾਂਗੇ ਨਾ, ਤੇ ਕੱਲ ਨੂੰ ਆਪਣੇ ਨਿਆਣਿਆਂ ਨੂੰ ਜਵਾਬ ਦੇਣਾ ਔਖਾ ਹੋ ਜਾਊ। ਜਿੰਨੀ ਆਵਾਜ਼ ਤੁਸੀਂ ਪਿਛਲੇ 4 ਦਿਨ ਦੇ ਵਿੱਚ ਚੁੱਕੀ ਆ ਮੇਰੇ ਨਾਲ ਰਲ ਕੇ,
ਤੁਸੀਂ ਜਿਸ ਹਿਸਾਬ ਨਾਲ ਮੇਰਾ ਸਾਥ ਦਿੱਤਾ ਵਾ, ਤੁਸੀਂ ਜਿਸ ਹਿਸਾਬ ਦੇ ਨਾਲ ਆਪਾਂ ਜਿਹੜੀਆਂ ਇਹਨਾਂ ਦੀਆਂ ਕਰਤੂਤਾਂ ਨੰਗੀਆਂ ਕਰਕੇ ਸਾਹਮਣੇ ਲੋਕਾਂ ਦੀਆਂ ਰੱਖੀਆਂ ਵਾ, ਉਹ ਨਾ ਤੁਸੀਂ ਮੇਰਾ ਸਾਥ ਦਿੰਦੇ ਤੇ ਇੱਥੋਂ ਤੱਕ ਕਿ ਇਹ ਜਿਹੜੇ 2-4 ਜਣੇ ਮਾਫੀ ਮੰਗ ਕੇ ਗਏ ਆ ਨਾ, ਇਹਨਾਂ ਨੇ ਕਿਸੇ ਨੇ ਵੀ ਮਾਫੀ ਨਹੀਂ ਮੰਗਣੀ। ਮੱਟ ਮਾਫੀ ਮੰਗ ਕੇ ਗਿਆ, ਉਹ ਬਰਾੜ ਮਾਫੀ ਮੰਗ ਕੇ ਗਿਆ, ਦੂਜਾ ਹੁਣ ਕੰਵਰ ਗਰੇਵਾਲ ਨੇ ਜਿਹੜੀ ਗੱਲ ਕੀਤੀ ਉਹ ਮਾਫੀ ਮੰਗ ਕੇ ਗਿਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਵਾਂ ਕਿ ਜੇ ਲੋਕਾਂ ਦਾ ਦਬਾਅ ਇਦਾਂ ਹੀ ਰਿਹਾ, ਜਿਹੜੀ ਇਹਨਾਂ ਨੇ ਗਲਤ ਗੱਲਾਂ ਕੀਤੀਆਂ ਵਾ ਉਹਨਾਂ ਗੱਲਾਂ ਤੇ ਨਾ ਸਾਰਿਆਂ ਨੂੰ ਸਟੇਜ ਤੇ ਮਾਫੀ ਮੰਗਣੀ ਪੈਣੀ ਆ। ਇਹ ਮੋਰਚਾ ਤੁਹਾਡੇ ਨਾਲ ਆ, ਇਹ ਮੋਰਚਾ ਰਾਜੇਵਾਲ, ਡੱਲੇਵਾਲ, ਲੱਖੋਵਾਲ ਜਾਂ ਰਜਿੰਦਰ ਦਾ, ਇਹ ਉਹਨਾਂ ਨਾਲ ਨਹੀਂ ਗਾ ਮੋਰਚਾ। ਮੋਰਚਾ ਤੁਹਾਡਾ ਵਾ, ਤੁਸੀਂ ਇਸ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਵਾ। ਜੇ ਤੁਸੀਂ ਸੋਚਦੇ ਹੋ ਨਾ ਵੀ ਇਹ 4-5 ਜਿਹੜੇ ਬੁੱਢੇ ਲੀਡਰ ਵਾ ਇਹਨਾਂ ਨੇ ਮੋਰਚੇ ਨੂੰ ਅੱਗੇ ਲੈ ਕੇ ਜਾਣਾ ਵਾ, ਜਿਹੜੇ ਠੰਡ ਦੇ ਵਿੱਚ ਸੌਂ ਨਹੀਂ ਸਕਣ ਡਏ, ਉਹਨਾਂ ਬੰਦਿਆਂ ਨੇ ਮੋਰਚਾ ਅੱਗੇ ਲੈ ਕੇ ਜਾਣਾ ਵਾ। ਹੁਣ ਵੇਖੋ, ਉਦਣ ਰੁਲਦਾ ਸਿੰਘ ਨੇ ਇੰਨੀ ਗੱਲ ਆਖ ਦਿੱਤੀ, ਕਹਿੰਦਾ ਜੀ ਸਾਡਾ ਜਥੇਦਾਰ ਆ, ਸਾਡਾ ਆਗੂ ਆ, ਭਾਵੇਂ ਅਸੀਂ 25,000 ਰੁਪਏ ਵਾਲਾ ਕਮਰਾ ਲੈ ਕੇ ਦਈਏ। ਪਰ ਮੈਂ ਇੰਨੀ ਗੱਲ ਪੁੱਛਦਾ ਵਾਂ, ਚਲੋ ਉਹ ਜਿਹੜਾ ਵਾ ਉਹ 10,000 ਰੁਪਏ ਦਾ ਕਮਰਾ ਲੈ ਕੇ ਜੇ ਰਹਿਣ ਡਿਆ, ਚਲੋ ਭਾਵੇਂ 2,000 ਦਾ 3,000 ਦਾ ਲੈ ਕੇ ਰਹਿਣ ਡਿਆ, ਉਹਨੂੰ ਠੰਡ ਲੱਗਦੀ ਆ, ਉਹ ਬਿਮਾਰ ਵਾ, ਉਹ ਆਗੂ ਆ। ਤੇ ਜਿਹੜੇ ਉੱਥੇ ਲੱਖਾਂ ਹੀ ਬਜ਼ੁਰਗ ਬੈਠੇ ਆ, ਉਹਨਾਂ ਦਾ ਕੀ? ਉਹ ਕਿਸੇ ਦੇ ਪਿਓ ਨਹੀਂ, ਉਹ ਕਿਸੇ ਦੇ ਭਰਾ ਨਹੀਂ, ਜਾਂ ਉਹਨਾਂ ਦਾ ਕੋਈ ਨਹੀਂ ਹੈਗਾ। ਗੱਲਾਂ ਜੇ ਤੁਸੀਂ ਗੱਲ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋਗੇ, ਸਭ ਕੁਝ ਸਮਝ ਆ ਜੂ ਤੁਹਾਡੇ। ਦੀਪ ਇੱਕ ਲਗਜ਼ਰੀ ਲਾਈਫ ਛੱਡ ਕੇ ਆਪਣੀ ਕਰੋੜਾਂ ਰੁਪਈਆਂ ਦੀਆਂ ਗੱਡੀਆਂ ਰੱਖੀਆਂ ਉਹਨੇ। ਉਹ ਬੰਦਾ, ਜਿਹੜਾ ਬੰਦਾ ਮੇਰੇ ਹਿਸਾਬ ਨਾਲ ਏਸੀ ਗੱਡੀ ਦੇ ਵਿੱਚੋਂ ਬਾਹਰ ਪੈਰ ਨਾ ਪਾਉਂਦਾ ਹੋਊਗਾ, ਜਿਹੜਾ ਕਿਤੇ ਹੀਟਾਂ 'ਚ ਰਹਿਣ ਗਿੱਝਾ ਹੋਊਗਾ, ਉਹ ਤੁਹਾਡੇ ਨਾਲ ਤੰਬੂਆਂ ਦੇ ਵਿੱਚ ਸੌਂਦਾ ਰਿਹਾ ਵਾ। ਜੇ ਕਿਸੇ ਬੰਦੇ ਨੇ ਉਹਨੂੰ ਪੈਸੇ ਭੇਜੇ ਤਾਂ ਦੱਸ ਦਿਓ ਵੀ ਜੇ ਕਿਸੇ ਬੰਦੇ ਨੇ ਉਹਨੂੰ ਰੁਪਈਆ ਵੀ ਭੇਜਿਆ ਹੋਵੇ। ਤੇ ਹਾਲਾਂਕਿ ਅਸੀਂ ਖੁਦ ਉਹਨੂੰ ਸੰਘਰਸ਼ ਦੇ ਵਿੱਚ, ਜਦੋਂ ਉਹ ਸੰਘਰਸ਼ ਦੇ ਵਿੱਚ ਹੀ ਸ਼ੰਭੂ ਤੋਂ, ਆਪਾਂ ਉਹਨੂੰ ਇੰਨੀ ਗੱਲ ਕਈ ਵਾਰੀ ਪੁੱਛੀ ਆ ਵੀ ਦੀਪ ਸਿੰਘ ਕੋਈ ਕੰਬਲ ਵਗੈਰਾ, ਕੋਈ ਕੱਪੜਾਲ ਵਗੈਰਾ, ਕੋਈ ਕੁਝ ਵੀ ਤੈਨੂੰ ਚੀਜ਼ ਦੀ ਲੋੜ ਵਾ ਦੱਸ। ਉਹ ਇੱਕੋ ਗੱਲ ਕਹਿੰਦਾ ਰਿਹਾ, ਬੜੀ ਕਿਰਪਾ ਖਾਲਸਾ ਏਡ ਵਾਲਿਆਂ, ਲੰਗਰ ਲਾਇਆ, ਲੰਗਰ ਚੱਲਣ ਡਿਆ ਵਾ, ਤੇ ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਤੁਸੀਂ ਕੀ ਕਹਿਣ ਡਏ ਹੋ? ਤੁਸੀਂ ਇੰਨੀ ਗੱਲ ਕਹਿਣ ਡਏ ਹੋ ਸਾਡਾ ਆਗੂ ਭਾਵੇਂ ਅਸੀਂ 25,000 ਰੁਪਏ ਦਾ ਕਮਰਾ ਲੈ ਕੇ ਰੱਖੀਏ। ਬਾਈ ਜੀ, ਉਹ 25,000 ਆਇਆ ਕਿੱਥੋਂ ਆ? ਤੁਹਾਨੂੰ ਪਤਾ ਉਹ ਜੇ 25,000 ਦੀ ਤੁਸੀਂ ਗੱਲ ਕਰਦੇ ਹੋ, ਜੇ 10,000 ਦੀ ਗੱਲ ਕਰਦੇ ਹੋ, ਉਹ 10,000 ਦੇ ਨਾਲ ਕਿੰਨੇ ਲੋਕਾਂ ਦੇ ਮੂੰਹ ਦੇ ਵਿੱਚ ਜਿਹੜੀ ਆ ਉਹ ਰੋਟੀ ਪੈ ਸਕਦੀ ਇੱਕ ਦਿਹਾੜੀ ਦੀ। ਤੁਹਾਨੂੰ ਪਤਾ 10,000 ਰੁਪਏ ਦੀਆਂ ਕਿੰਨੀਆਂ ਦਵਾਈਆਂ ਦੇ ਨਾਲ ਕਿੰਨੇ ਬੰਦਿਆਂ ਦਾ ਉੱਥੇ ਇਲਾਜ ਹੋ ਸਕਦਾ। ਤੁਹਾਨੂੰ ਇਸ ਗੱਲ ਦਾ ਪਤਾ ਵਾ? ਉਸ 10,000 ਰੁਪਏ ਦੇ ਨਾਲ 5 ਤੰਬੂ ਬਣ ਸਕਦੇ ਆ। ਉਹਨਾਂ 5 ਤੰਬੂਆਂ ਦੇ ਵਿੱਚ 50 ਬੰਦੇ ਸੌਂ ਸਕਦੇ ਆ। ਤੁਹਾਡਾ ਆਗੂ ਬਿਮਾਰ ਵਾ, ਉਹਨੂੰ ਘਰ ਭੇਜੋ। ਲੋਕਾਂ ਦੇ ਸਿਰ ਤੇ ਕਿਉਂ ਭਾਰ ਬਣਾਇਆ ਉਹਨੂੰ? ਕਿਹੜੀ ਤਗੜੀ, ਏਡੀ ਤਗੜੀ ਉਹਦੀ ਸਪੀਚ ਆ ਵੀ ਤੁਸੀਂ ਇਹ ਦੱਸੋ ਵੀ ਜਿਹੜੀ ਉਹਦੀ ਸਪੀਚ ਸੁਣ ਕੇ ਤੇ ਸਰਕਾਰ ਨੂੰ, ਮਤਲਬ ਵੀ ਸਰਕਾਰ ਹਿੱਲ ਗਈ ਹੋਵੇ। ਡਰਨ ਤੁਸੀਂ ਸਾਡੀਆਂ ਪੋਸਟਾਂ ਤੋਂ ਡਏ ਹੋ, ਮੇਰੀਆਂ ਪੋਸਟਾਂ ਤੋਂ, ਅਮਰਤਪਾਲ ਦੀਆਂ ਤੋਂ, ਵੀਰਜੀਤ ਸੁੱਖੇ ਦੀਆਂ ਪੋਸਟਾਂ ਤੋਂ ਡਰਨ ਡਏ ਹੋ। ਗਰੇਵਾਲ ਸਾਹਿਬ ਆ ਜਾਓ, ਵੈਲਕਮ ਬਾਬਿਓ। ਫਿਰ ਇਦਾਂ ਦੀ ਕਿਹੜੀ ਗੱਲ ਵਾ ਜਿਹੜੀ ਤੁਸੀਂ ਉੱਥੇ 10,000 ਰੁਪਇਆ ਲੈ ਕੇ ਉਹ ਬੰਦੇ ਨੂੰ ਉੱਥੇ ਸਵਾਉਣ ਡੇ? ਉਹਨੂੰ ਘਰ ਨੂੰ ਭੇਜ ਦਿਓ, ਉਹਨੂੰ ਬਿਮਾਰ ਆ ਤੇ ਉਹ ਮੇਰੀ ਗੱਲ ਨੂੰ ਸਮਝਿਓ। ਇਹ ਗੱਲ ਨੂੰ ਗਾਲਾਂ ਕੱਢ ਕੇ ਨਾ ਕਰੋ ਗੱਲਬਾਤ, ਇਹਨੂੰ ਗੱਲ ਨੂੰ ਪਹੁੰਚਾਓ। ਇਹਨੂੰ ਇਦਾਂ ਦੀ ਕਿਹੜੀ ਗੱਲਬਾਤ ਆ ਜਿਹੜੀ ਰਾਜੇਵਾਲ ਨੇ ਕੀਤੀ ਆ ਤੇ ਮਤਲਬ ਵੀ ਸਰਕਾਰ ਹਲਾਤੀ ਆ? ਕੁਝ ਪਤਾ ਤੇ ਲੱਗੇ ਨਾ, ਸਾਨੂੰ ਵੀ ਤਾਂ ਪਤਾ ਨਾ ਲੱਗੇ। ਮੋਕ ਤੇ ਤੁਹਾਡੀ ਸਾਡੀਆਂ ਪੋਸਟਾਂ ਵੇਖ ਕੇ ਜਾਂ ਸਾਡੇ ਲਾਈਵ ਵੇਖ ਕੇ ਲੱਗੀ ਆ। ਇੱਕ 8ਵੀਂ ਪਾਸ ਬੰਦਾ ਵਾਂ ਮੈਂ, 8ਵੀਂ ਪਾਸ ਬੰਦਾ ਵਾਂ ਮੈਂ। ਉਸ ਬੰਦੇ ਦੇ ਦਿਵਾਲੇ ਤੁਹਾਡੀਆਂ 3 ਪਾਰਟੀਆਂ ਕੰਮ ਕਰਨ ਡਈਆਂ, ਵਿੱਚੇ ਢੱਡਰੀਆਂ ਵਾਲੇ ਦੀ, ਵਿੱਚੇ ਗੋਲਡੀ ਹੋਣਾ ਦੀ, ਵਿੱਚੇ ਤੁਹਾਡੀ। ਫਿਰ ਤੁਸੀਂ ਕਿਸ ਹਿਸਾਬ ਨਾਲ ਕਰਨ ਡੇ? ਡਰ ਤੇ ਤੁਹਾਨੂੰ ਸਾਡਾ ਪੈ ਗਿਆ 3 ਬੰਦਿਆਂ ਦਾ।
ਡਰ ਤੁਹਾਨੂੰ ਸਾਡਾ ਪੈ ਗਿਆ ਤਿੰਨਾਂ ਬੰਦਿਆਂ ਦਾ, ਤੇ ਭਾਲਿਆ ਤੁਸੀਂ 10,000 ਰੁਪਏ ਦੇ ਵਿੱਚ ਉੱਥੇ ਮਤਲਬ ਕਿ ਰਾਜੇ ਵਾਲਾ ਹੋਟਲ ਦੇ ਕਮਰੇ ਦੇ ਵਿੱਚ। ਤੁਹਾਡਾ ਜੇ ਲੀਡਰ ਐਡਾ ਹੀ ਸਟਰੋਂਗ ਆ, ਤੁਸੀਂ ਸੋਚਦੇ ਹੋ ਵੀ ਐਡਾ ਸਟਰੋਂਗ ਆ, ਉਹਨੂੰ ਬਿਠਾਓ ਉਦੋਂ ਕੇ ਅੱਗੇ, ਤੁਹਾਨੂੰ ਪਤਾ ਲੱਗੇ, ਸਾਨੂੰ ਵੀ ਪਤਾ ਲੱਗੇ ਵੀ ਹਾਂ ਵੀ ਬਾਈ ਜੀ ਰਾਜੇਵਾਲ ਦੇ ਵਿੱਚ ਇੰਨਾ ਕੁ ਦਮ ਹੈਗਾ ਵੀ ਉਹਨੇ ਉਦੋਂ ਕਿ ਨੂੰ ਚੁੱਪ ਕਰਾਤਾ। ਤੁਸੀਂ ਕਾਰਨ ਕੀ ਆ ਐਡਾ ਤਗੜਾ, ਕਿਹੜਾ ਕਾਰਨ ਵਾ? ਮੈਂ ਇੱਕ ਦਿਨ ਮੈਨੂੰ ਕਹਿੰਦਾ ਹੈ ਜੀ ਉਹ ਬਰਾੜ ਨੇ ਬੜੀ ਤੇਰੀ ਨੇਰੀ ਲਿਆਂਦੀ। ਮੈਂ ਉਹਨੂੰ ਇੰਨੀ ਗੱਲ ਪੁੱਛੀ, ਮੈਂ ਉਹਨੂੰ ਪੁੱਛਿਆ ਭਾਈ ਪ੍ਰਾਪਤੀਆਂ ਕੀ 40 ਸਾਲਾਂ ਦੇ ਵਿੱਚ? ਉਹ ਕਹਿੰਦਾ ਅੱਗੇ ਮੈਨੂੰ ਆਂਦਾ ਜੀ ਇਹ ਪ੍ਰਾਪਤੀਆਂ ਇਹ ਆ ਜੀ, ਇੱਕ ਬੰਦਾ ਇਹ ਜੀ ਸੁਪਰੀਮ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਕਰਾਈ, ਤੇ ਇੱਕ ਨਹੀਂ ਕਿਤੇ ਆ ਮਾਲਵੇ ਏਰੀਏ ਦੇ ਵਿੱਚ ਮਤਲਬ ਵੀ ਅਸੀਂ ਜਿਹੜੇ ਆ ਉਹ ਨਰਮੇ ਦਾ ਫੰਡ ਦਵਾਇਆ। 40 ਸਾਲਾਂ ਦੇ ਵਿੱਚ 2 ਪ੍ਰਾਪਤੀਆਂ ਤੁਹਾਡੀਆਂ, 40 ਸਾਲਾਂ ਦੇ ਵਿੱਚ 2 ਪ੍ਰਾਪਤੀਆਂ। ਗਾਲਾਂ ਕੱਢਣ ਤੋਂ ਬਗੈਰ ਜਵਾਬ ਦਿਓ, ਇਹਨਾਂ ਦੋਵਾਂ ਪ੍ਰਾਪਤੀਆਂ ਤੋਂ ਬਗੈਰ ਹੋਰ ਕਿਹੜੀ ਪ੍ਰਾਪਤੀ ਹੈ ਇਹ ਦੱਸ ਦਿਓ। ਫਾਹ ਲੈ ਕੇ ਮਰੇ ਕਿਸੇ ਕਿਸਾਨ ਦੇ ਘਰ ਦੇ ਵਿੱਚ ਕੋਈ ਜਥੇਬੰਦੀ ਆਟਾ ਦਾਲ ਦੇ ਕੇ ਆਈ ਆ? ਕਿਸੇ ਮਰੇ ਕਿਸਾਨ ਦੇ ਨਿਆਣੇ ਦੀ ਪੜ੍ਹਾਈ ਦਾ ਖਰਚਾ ਦਿੱਤਾ ਵਾ ਕਿਸੇ ਜਥੇਬੰਦੀ ਨੇ? ਬੰਟੀ ਉਹ ਬੰਦਾ ਯਾਰ ਆਪਣਾ ਹੀ ਆ, ਉਹ ਵੀ ਕਿਉਂ ਯਾਰ ਇਦਾਂ ਤੁਸੀਂ ਜੇ ਡੈ ਪੇ ਇਦਾਂ ਦੇ ਕੰਮ ਕਰਨ ਤੇ ਬਾਕੀਆਂ ਨੂੰ ਮੈਂ ਕੀ ਸਮਝਾਉਂਗਾ ਯਾਰ। ਪਹਿਲਾਂ ਮੈਂ ਜਿਹੜੀ ਬਕਵਾਸ ਕਰਨ ਡਿਆ ਉਹ ਤੇ ਸੁਣ ਲਓ ਯਾਰ ਚੰਗੀ ਤਰ੍ਹਾਂ ਤੁਸੀਂ, ਵੀ ਮੈਂ ਕੀ ਕਹਿਣ ਡਿਆ ਤੁਹਾਨੂੰ। ਮੇਰੇ ਭਰਾ ਬਣ ਕੇ ਗੱਲ ਨੂੰ ਸਮਝੋ, ਆਪਾਂ ਬੜੇ ਸੀਰੀਅਸ ਮੈਟਰ ਤੇ ਗੱਲ ਕਰਨ ਡਏ ਆ ਯਾਰ, ਪਲੀਜ਼ ਸਮਝੋ ਗੱਲ ਨੂੰ ਕੰਟੀਨਿਊ ਕਰਦੇ ਆ ਆਪਾਂ। ਜੇ ਤੁਹਾਡਾ ਲੀਡਰ ਐਡਾ ਸਟਰੋਂਗ ਆ ਨਾ, ਤੁਹਾਡਾ ਲੀਡਰ ਐਡਾ ਬੁਲਾਰਾ ਵਾ, ਤੁਹਾਡੇ ਲੀਡਰ ਦਾ 40 ਸਾਲ ਦਾ ਕੋਈ ਤਜਰਬਾ ਵਾ, ਤਾਂ ਉਦੋਂ ਕੇ ਨੂੰ ਸਾਹਮਣੇ ਭਾਲ ਕੇ ਉਦੋਂ ਕੇ ਨੂੰ ਬਾਗੀ ਸਿੰਘ ਜੀ ਤੁਸੀਂ ਫਿਰ ਕਿਉਂ ਨਹੀਂ ਹਟਦੇ ਯਾਰ? ਬਾਗੀ ਖਾਲਸਾ ਯਾਰ, ਜੇ ਤੇ ਵੀਰ ਮੇਰਾ ਤੁਸੀਂ ਗਾਲਾਂ ਹੀ ਕੱਢਣੀਆਂ ਤੇ ਫਿਰ ਮੈਂ ਲਾਈਵ ਬੰਦ ਕਰਕੇ ਚੱਲ ਜਾਣਾ ਯਾਰ, ਫਿਰ ਮੈਂ ਵੀ ਚੁੱਪ ਕਰਕੇ ਸੋਵਾਂ ਰਮਾਨ ਦੇ ਨਾਲ, ਫਾਇਦਾ ਕੀ ਹੋਊਗਾ ਯਾਰ। ਹੁਣ ਇਹਨਾਂ ਦੀ ਗੱਲ ਸਮਝੋ, ਇਹਨਾਂ ਦੀ ਗੱਲ ਦੇ ਵਿੱਚ ਕੋਈ ਦਲੀਲ ਨਹੀਂ ਹੈਗੀ। ਅਸੀਂ ਕਿਹਾ ਵੀ ਉਹ ਹੋਟਲ 'ਚ ਰਹਿੰਦੇ ਆ, ਸਾਰੇ ਹੋਟਲ 'ਚ ਰਹਿੰਦੇ, ਇੱਕ ਬੰਦਾ ਨਹੀਂ, ਇਹ ਸਾਰੇ ਹੋਟਲ 'ਚ ਰਹਿੰਦੇ ਆ, ਤੇ ਜ਼ਰੂਰੀ ਨਹੀਂ ਹੈਗਾ ਵੀ ਇਹ ਸਾਰੇ ਬੰਦੇ ਜਿਹੜੇ ਆ ਇੱਕ ਕਮਰੇ 'ਚ ਸੌਂਦੇ ਹੋਣਗੇ। ਇਹ ਕਹਿੰਦੇ ਪੀਜੀ ਲਈ ਆ ਜੀ, ਉੱਥੇ ਪੀਜੀ ਆ। ਤੇ ਸਰਦਾਰ ਹਰਿੰਦਰ ਸਿੰਘ ਜੀ ਬੰਦੇ ਉਹ ਵੀ ਵੀਰ ਮੇਰੇ ਆਪਣੇ ਹੀ ਆ, ਭਰਾ ਹੋ ਤੁਸੀਂ ਸਾਰੇ। ਜੇ ਤੁਸੀਂ ਆਪੋ ਵਿੱਚ ਦੀ ਫਸੋਗੇ ਤੇ ਬਾਈ ਜੀ ਇਦਾਂ ਨਾ ਕਰੋ ਮੇਰੇ ਵੀਰ, ਸਾਰੇ ਭਰਾ ਹੋ ਤੁਸੀਂ। ਇਦਾਂ ਤੁਹਾਨੂੰ ਲੜਦਿਆਂ ਵੇਖ ਕੇ ਚੰਗਾ ਨਹੀਂ ਲੱਗਦਾ ਮੈਨੂੰ ਬਾਬੇ, ਪਲੀਜ਼ ਬੇਨਤੀ ਪ੍ਰਵਾਨ ਕਰੋ, ਮੇਰੇ ਭਰਾ ਹੋ ਤੁਸੀਂ ਯਾਰ, ਤੁਹਾਨੂੰ ਬਹੁਤ ਜ਼ਿਆਦਾ ਸਤਿਕਾਰ ਕਰਦਾ ਤੁਹਾਡਾ ਸਾਰਿਆਂ ਦਾ। ਪਲੀਜ਼ ਸਮਝੋ ਗੱਲ ਨੂੰ, ਆਪਾਂ ਵਧੀਆ ਗੱਲ ਕਰਦੇ ਹਾਂ ਅੱਜ ਆਪਾਂ, ਠੀਕ ਹੈ ਨਾ। ਤੇ ਗੱਲਬਾਤ ਇਹ ਆ ਹੁਣ ਵੀ ਭੱਜਣ ਨੂੰ ਤੁਸੀਂ ਕੋਈ ਇੱਦਾਂ ਦਾ ਅੱਗੇ ਵੀ ਪ੍ਰੋਗਰਾਮ ਇੱਦਾਂ ਦਾ ਕੋਈ ਤੈਅ ਨਹੀਂ ਕਰ ਸਕੇ ਜਿਹਦੇ ਨਾਲ ਸਰਕਾਰ ਨੂੰ ਥੋੜ੍ਹਾ ਬਹੁਤਾ ਫਰਕ ਪਵੇ, ਸਰਕਾਰ ਨੂੰ ਤੁਹਾਡੀਆਂ ਗੱਲਾਂ ਲੱਗਣ ਇੱਦਾਂ ਦੀਆਂ ਵੀ ਹਾਂ ਵੀ ਜੇ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਜਾਂ ਕੋਈ ਗੱਲ ਇੱਦਾਂ ਦੀ ਨਹੀਂ ਕਰਦੇ ਸਾਨੂੰ ਮਤਲਬ ਕਿ ਦਬਾਅ ਹੋ ਸਕਦਾ ਕਿਸੇ ਗੱਲ ਦਾ। ਕੋਈ ਸਰਕਾਰ ਤੇ ਤੁਹਾਡਾ ਕੋਈ ਦਬਾਅ ਨਹੀਂ, ਇੱਕ ਪੈਸੇ ਦਾ ਵੀ ਤੁਹਾਡਾ ਨਾ ਸਰਕਾਰ ਦੇ ਉੱਤੇ ਦਬਾਅ ਨਹੀਂ ਹੈਗਾ ਕੋਈ। ਜੇ ਤੁਹਾਡਾ ਦਬਾਅ ਹੁੰਦਾ ਨਾ ਸਰਕਾਰ ਤੇ ਤੁਹਾਡੀ ਜਿਹੜੀ ਇੱਕ ਮਾਝੇ ਵਾਲਿਆਂ ਦੀ ਸਟੇਜ ਆ ਨਾ, ਉਹ ਆਲੇ ਦੁਆਲੇ ਕਵਰ ਨਾ ਕਰ ਦਿੱਤੀ ਜਾਂਦੀ। ਪਰ ਦਬਾਅ ਹੋਊਗਾ ਕਿੱਦਾਂ ਦਬਾਅ ਹੋਊਗਾ? ਦਬਾਅ ਇੱਦਾਂ ਹੋਊਗਾ ਵੀ ਉਧਰਲੀ ਸਟੇਜ ਦੇ ਉੱਤੇ ਮਤਲਬ ਵੀ ਕੁੜੀਆਂ ਦੇ ਤੰਬੂਆਂ ਤੱਕ ਬੰਦੇ ਪਹੁੰਚ ਜਾਣਗੇ ਤੇ ਤੁਸੀਂ ਰਾਜਨਾਥ ਨੂੰ ਫੋਨ ਕਰੋਗੇ ਕਿ ਤੁਹਾਡੇ ਬੰਦੇ ਆ ਗਏ ਆ, ਸਾਡੇ ਉਧਰ ਹਮਲਾ ਕਰਨ ਆਏ ਸਾਡੇ ਬੰਦਿਆਂ ਤੇ ਰਾਜਨਾਥ ਕਹੂਗਾ ਵੀ ਤੁਸੀਂ ਆਪਣੇ ਬੰਦੇ ਜਾਣ ਲਈ ਰੋਕ ਲਓ, ਮੈਂ ਉਹਨਾਂ ਬੰਦਿਆਂ ਨੂੰ ਹਰਿੰਦਰ ਸਿੰਘ ਮੈਂ ਕਹਿ ਦਿੱਤਾ ਬਾਬੇ ਤੁਸੀਂ ਮਤਲਬ ਛੱਡੋ, ਚਲੋ ਆਪਣੇ ਬੰਦੇ ਹੋ ਸਾਰੇ ਮੇਰੇ ਵੀਰ। ਇੱਕ ਬੰਨੇ ਤੁਸੀਂ ਉਹਦੇ ਨਾਲ ਰਾਜੇਵਾਲ ਹੋਣੀ ਜਿਹੜੇ ਆ, ਦੂਜੇ ਇੱਕ ਬੰਨੇ ਤੁਸੀਂ ਰਾਜਨਾਥ ਦੇ ਨਾਲ ਕਾਲ ਕਰਨ ਡਏ ਹੋ, ਦੂਜੇ ਬੰਨੇ ਤੁਸੀਂ ਆਪਣੇ ਬੰਦਿਆਂ ਨਾਲ ਕਾਲ ਕਰਨ ਡਏ ਹੋ ਵੀ ਤੁਸੀਂ ਉਧਰ ਨਾ ਜਾਇਓ। ਰਾਜਨਾਥ ਕਹਿ ਦੇਣ ਲੱਗਾ ਵੀ ਉਹਦੇ ਬੰਦੇ ਵਾਪਸ ਮੁੜ ਆਉਣਗੇ। ਫਿਰ ਤੁਸੀਂ ਇਹ ਹਿਸਾਬ ਕਿਤਾਬ ਲਾ ਲਓ ਕਿ ਤੁਸੀਂ ਕਿੱਥੇ ਖੜੇ ਹੋ।
ਤੁਸੀਂ ਕਿੱਥੇ ਖੜੇ ਹੋ ਇਹ ਹਿਸਾਬ ਕਿਤਾਬ ਲਾ ਲਿਓ। ਤੁਸੀਂ ਕਿੰਨਾਂ ਤੇ ਯਕੀਨ ਕਰਨ ਡਏ ਹੋ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਜਿਹੜੇ 4-5 ਬੰਦੇ ਪਿਛਲੇ 20 ਸਾਲਾਂ ਦੇ ਵਿੱਚ ਗੰਢੇ ਆ ਨਾ, ਇਹਨਾਂ ਬੰਦਿਆਂ ਨੇ ਤੁਹਾਨੂੰ ਨੁਕਸਾਨ ਤੁਹਾਡਾ ਕਰ ਦੇਣਾ। ਜਦੋਂ ਸੰਘਰਸ਼ ਨੂੰ ਇੱਕ ਇੰਨਾ ਲੰਮਾ ਖਿੱਚੀ ਜਾਓਗੇ ਤਾਂ ਜੋਸ਼ ਮਰ ਜਾਂਦਾ, ਸੰਗਤ ਦਾ ਜੋਸ਼ ਮਰ ਜਾਣਾ, ਲੋਕਾਂ ਦਾ ਰੋਹ ਮਰ ਜਾਣਾ। ਮਰਨਾ ਨਹੀਂ, ਤੁਸੀਂ ਮਾਰ ਦੇਣਾ ਇਹਨੂੰ ਲੰਮਾ ਕਰ ਕਰਕੇ। ਇਹਨੂੰ ਹੁਣ ਤੁਸੀਂ ਕਹਿਣਾ ਵਾ ਵੀ ਖਰੇ ਬਘੇਲ ਕਹਿੰਦਾ ਵੀ ਮਤਲਬ ਵੀ ਹਾਂ ਵੀ ਉੱਥੇ ਲੜੋ ਭਿੜੋ। ਮੈਂ ਉਹ ਗੱਲ ਨਹੀਂ ਆਂਦਾ ਵੀ ਲੜੋ ਭਿੜੋ। ਮੈਂ ਇਹ ਗੱਲ ਆਨਾ ਵੀ ਤੁਹਾਡੀ ਪਲੈਨਿੰਗ ਕੀ ਹੈ ਅਗਲੀ ਲੋਕਾਂ ਨੂੰ ਤੇ ਦੱਸੋ। ਤੁਸੀਂ ਅਕਤੂਬਰ ਤੱਕ ਦੀ ਕਾਲ ਦੇ ਦਿੱਤੀ ਯਾਰ। ਸਟਰੋਂਗ, ਹਾਂਜੀ ਇੱਕ ਗੱਲ ਹੈਗੀ, ਸਟਰੋਂਗ ਸਾਨੂੰ ਕੀ ਕਰਨਾ ਚਾਹੀਦਾ? ਸਟਰੋਂਗ ਸਾਨੂੰ ਆਪਣੀ ਸਟੇਜ ਵੀ ਕਰਨੀ ਚਾਹੀਦੀ ਨਾਲ। ਪੰਧੇਰ ਦੇ ਕੋਲ ਅਜੇ ਵੀ ਮੌਕਾ ਹੈਗਾ। ਪੰਧੇਰ ਅੱਜ ਵੀ ਚਾਹਵੇ ਤਾਂ ਜਿਹੜੀ ਆ ਨਾ ਉਹ ਆਪਣੀ ਸਟੇਜ ਜਿਹੜੀ ਆ ਉਹ ਸਟਰੋਂਗ ਕਰ ਸਕਦਾ। ਕਿਉਂਕਿ ਉਹ ਸਾਥ ਦੇਵੇ ਲੱਖੇ ਦਾ ਤੇ ਦੀਪ ਦਾ। ਜੇ ਉਹ ਲੱਖੇ ਦਾ ਦੀਪ ਦਾ ਸਾਥ ਦਊਗਾ, ਲੱਖਾ ਦੀਪ ਨੂੰ, ਸਰਕਾਰ ਨੂੰ, ਜੇ ਟਕੈਤ ਸਾਹਿਬ ਹੋਣਾ ਤੇ ਜੇ ਰਾਜੇਵਾਲ ਹੋਣਾ ਤੇ ਲੱਖੋਵਾਲ ਹੋਣਾ ਤੇ ਸੇਮ ਪਰਚੇ ਆ ਇਹਨਾਂ ਤੇ। ਜੇ ਸੇਮ ਪਰਚੇ ਆ ਤੇ ਇਹ ਵਿਚਰ ਸਕਦੇ ਲੋਕਾਂ ਦੇ ਵਿੱਚ, ਤੇ ਲੱਖਾ ਤੇ ਦੀਪ ਕਿਉਂ ਨਹੀਂ ਵਿਚਰ ਸਕਦੇ? ਤੁਸੀਂ ਇਹ ਗੱਲ ਦੱਸੋ। ਲੋਕਾਂ ਦੇ ਦਬਾਅ ਅੱਗੇ ਕੀ ਨਹੀਂ ਝੁਕ ਸਕਦਾ? ਲੋਕਾਂ ਦੇ ਦਬਾਅ ਅੱਗੇ ਜੇ ਬੈਰੀਕੇਟਿੰਗ ਹੋਈ ਜਿਹੜੀ ਉਹ ਕਿੱਲਾਂ ਵਾਲੀ, ਉਹ ਟੁੱਟ ਸਕਦੀ ਆ। ਨਹਿਰੀ ਉਹਨੂੰ ਬਲੌਕ ਕਰਤਾ, ਉਹਨੂੰ ਬਲੌਕ ਕਰਤਾ, ਬਸ ਹੁਣ ਚੁੱਪ ਕਰ ਜਾਓ। ਤੇ ਉਹਨੂੰ ਹੁਣ ਦੀਪ ਤੇ ਲੱਖੇ ਨੂੰ ਲਿਆਉਣ ਦੀ ਕੀ ਪ੍ਰੋਬਲਮ ਪੈ ਜਾਂਦੀ ਵਿੱਚ? ਹਾਂਜੀ ਬੱਬਰ ਸਾਹਿਬ, ਇਸ ਬਾਰੇ ਵੀ ਕਰਦੇ ਹਾਂ ਗੱਲ। ਇੱਕ ਆੜਤੀਏ ਨੂੰ ਬਾਬਾ ਜੀ ਉਹ ਗੱਲ ਹੁਣ ਮੈਂ ਤੁਹਾਨੂੰ ਉਹ ਵੀ ਦੱਸ ਦੇਣਾ। ਇੱਕ ਆੜਤੀਏ ਨੂੰ ਕਰੀਬ ਇਹਨਾਂ ਨੇ 80,000 ਤੋਂ ਲੱਖ ਰੁਪਈਆ ਲਾਇਆ ਵਾ। ਇਲਾਕੇ ਦੇ ਵਿੱਚ ਕਿੰਨੇ ਆੜਤੀਏ ਹੋਣਗੇ ਹਿਸਾਬ ਕਿਤਾਬ ਲਾ ਲਿਓ। ਉਗਰਾਹਾਂ ਵਾਲਿਆਂ ਦੀਆਂ ਪਰਚੀਆਂ ਪਈਆਂ ਆੜਤੀਆਂ ਦੇ ਕੋਲੋਂ, ਜਿਹੜੇ ਪੈਸੇ ਇਹਨਾਂ ਨੇ ਲਏ ਆ, ਤੇ ਉਹ ਸਾਹਮਣੇ ਆਉਣੀਆਂ ਵਾ। ਅੱਜ ਨਹੀਂ ਤੇ ਕੱਲ ਨੂੰ ਸਾਹਮਣੇ ਆਉਣੀਆਂ ਵਾ। ਹਰੇਕ ਘਰ ਦੇ ਵਿੱਚੋਂ 250 ਤੋਂ 500 ਰੁਪਈਆ ਜਿਹੜਾ ਵਾ ਤੁਸੀਂ ਪ੍ਰਤੀ ਏਕੜ ਲਾਇਆ ਵਾ। ਇੱਕ ਘਰ ਦੇ ਵਿੱਚੋਂ ਤੁਹਾਡੇ ਪਿੰਡ ਦੀ ਜ਼ਮੀਨ ਕਿੰਨੀ ਆ ਉਹਦਾ ਹਿਸਾਬ ਕਿਤਾਬ ਲਾ ਲਿਓ ਵੀ ਕਿੰਨਾ ਪੈਸਾ ਇੱਕ ਪਿੰਡ ਦੇ ਵਿੱਚੋਂ ਜਮ੍ਹਾਂ ਕੀਤਾ। ਤੁਸੀਂ ਆਪੇ ਹੀ ਜਿਹੜਾ ਵਾ ਮਤਲਬ ਵੀ ਤੁਸੀਂ ਜਿਹੜਾ ਵਾ ਹੋਟਲਾਂ 'ਚ ਸੌਣਾ, ਤੁਸੀਂ ਆਪੇ ਹੀ ਜਿਹੜਾ ਵਾ ਸੌਣਾ ਹੋਟਲਾਂ ਦੇ ਵਿੱਚ। ਤੁਹਾਨੂੰ ਆਪੇ ਨਹੀਂ ਉਹ ਦਿਖਣਾ। ਤੁਸੀਂ ਇਹ ਗੱਲ ਨਹੀਂ ਸੋਚਣ ਡੇ ਕਿ ਉਹ ਜਿਹੜਾ 250 ਰੁਪਈਆ ਤੁਸੀਂ ਪਰ ਏਕੜ ਲਾਇਆ ਵਾ ਨਾ, ਉਹ ਲੋਕ ਠੰਡ ਨਾਲ ਮਰ ਗਏ ਕਈ ਬੱਚੇ। ਉਹ ਬੰਦੇ ਮੰਨੋ ਭਾਵੇਂ ਨਾ ਮੰਨੋ, ਠੰਡ ਬੜਾ ਅਸਰ ਕਰਦੀ ਬਜ਼ੁਰਗ ਸਰੀਰਾਂ ਤੇ ਵੀ, ਨੌਜਵਾਨਾਂ ਦੇ ਉੱਤੇ ਵੀ। ਜਿਹਨੂੰ ਇੱਕ ਵਾਰੀ ਠੰਡ ਲੱਗ ਗਈ ਉਹ ਕਈ ਬਿਮਾਰ ਹੋ ਕੇ ਮਰ ਗਏ, ਵਿਚਾਰਿਆਂ ਨੂੰ ਪਤਾ ਵੀ ਨਹੀਂ ਲੱਗਾ ਕਿ ਉਹ ਪੈਸਾ ਇਕੱਠਾ ਕੀਤਾ ਤੁਹਾਨੂੰ ਮਤਲਬ ਵੀ ਬਿਮਾਰ ਬੰਦੇ ਨੂੰ ਸਾਂਭ ਸਕਦਾ। ਉਹਨਾਂ ਬਿਮਾਰਾਂ ਦਾ ਕੀ ਜਿਹੜੇ ਉੱਥੇ ਮੋਰਚੇ 'ਚ ਬਿਮਾਰ ਹੋਣ ਡਏ ਆ। ਅੱਜ ਪੰਧੇਰ ਹੋਣਾ ਦੀ ਸਟੇਜ ਦੇ ਉੱਤੇ ਪੰਡਾਲ ਹੈ ਨਹੀਂ, ਉਹਨਾਂ ਦੇ ਕੋਲੋਂ ਬੰਦੇ ਅੱਗੇ ਬਹਿਣ ਲਈ ਜਗ੍ਹਾ ਹੈ ਨਹੀਂ ਕਵਰ ਕੀਤੀ ਹੋਈ। ਹਰਦੀਪ ਸਿੰਘ ਬੱਬਰ ਜੀ, ਇਹ ਤੁਹਾਨੂੰ ਲੋਕਾਂ ਦੇ ਵਿੱਚੋਂ ਸਾਹਮਣੇ ਲਿਆਉਣਾ ਪਊਗਾ। ਆਪਣੇ ਪਿੰਡ ਦੇ ਵਿੱਚੋਂ ਕਲੈਕਸ਼ਨ ਕਰੋ ਕਿੰਨੇ ਪੈਸੇ ਗਏ ਇਹਨਾਂ ਨੂੰ, ਫਿਰ ਇਹਨਾਂ ਨੂੰ ਪੁੱਛੋ ਵੀ ਉਹ ਪੈਸਾ ਵਰਤਿਆ ਕਿੱਥੇ ਆ। ਹਾਂਜੀ ਖਾਲਸਾ ਜੀ, ਮੈਂ ਔਰ ਸੁਰਿੰਦਰ ਸਿੰਘ ਪੰਜਾਬ ਵਾਲਿਆਂ ਨਾਲ ਗੱਲ ਤੇ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਥੋਂ ਉਹਨਾਂ ਦਾ ਕੰਟੈਕਟ ਨੰਬਰ ਹੈ ਨਹੀਂ। ਕਿਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜ਼ਰੂਰ। ਮੈਂ ਵੀ ਚਾਹੁੰਦਾ, ਮੇਰੀ ਦਿਲੀ ਇੱਛਾ ਵਾ ਵੀ ਮੈਂ ਉਹਨਾਂ ਦੇ ਨਾਲ ਇੱਕ ਵਾਰੀ ਗੱਲਬਾਤ ਕਰਾਂ। ਹੁਣ ਤੁਸੀਂ ਇੱਕ ਗੱਲ ਮੈਨੂੰ ਦੱਸਿਓ ਵੀ ਤੁਸੀਂ ਕਿੰਨੇ ਬੰਦੇ ਦਿੱਲੀ ਬੈਠੇ ਹੋਣਗੇ। ਮੈਨੂੰ ਇੱਕ ਗੱਲ ਦੱਸ ਦਿਓ ਕਿ ਜਿਹੜੇ ਬੰਦੇ ਦਿੱਲੀ ਬੈਠੇ ਆ ਉਹ ਇੰਨੀ ਗੱਲ ਜ਼ਰੂਰ ਦੱਸ ਦੇਣ ਕਿ ਬਾਈ ਜੀ ਉੱਥੇ ਇਹਨਾਂ ਜਥੇਬੰਦੀਆਂ ਵੱਲੋਂ ਕਿੱਥੇ ਖਰਚਾ ਕੀਤਾ ਜਾ ਰਿਹਾ। ਜਥੇਬੰਦੀਆਂ ਵੱਲੋਂ ਕਿੱਥੇ ਖਰਚਾ ਕੀਤਾ ਜਾ ਰਿਹਾ, ਫਿਰ ਕਿਹੜੇ ਪਰਿਵਾਰ ਦੀ ਇਹਨਾਂ ਨੇ ਮਦਦ ਕੀਤੀ। ਮੈਂ ਜਿੰਨੇ ਪਰਿਵਾਰਾਂ ਦੇ ਕੋਲੋਂ ਪਤਾ ਕੀਤਾ ਵਾ, ਕਿਸੇ ਪਰਿਵਾਰ ਦੇ ਕੋਲੋਂ ਕੋਈ ਜਥੇਬੰਦੀ ਨਹੀਂ ਪਹੁੰਚੀ। ਕੋਈ ਜਥੇਬੰਦੀ ਕਿਸੇ ਪਰਿਵਾਰ ਦੇ ਕੋਲ ਨਹੀਂ ਪਹੁੰਚੀ, ਨਾ ਕਿਸੇ ਬਿਮਾਰ ਦੇ, ਨਾ ਕਿਸੇ ਸ਼ਹੀਦ ਹੋਏ ਦੇ। ਚਲੋ ਉਹ ਛੱਡੋ, ਪੈਸੇ ਦੀ ਵੀ ਛੱਡੋ ਗੱਲ, ਪੈਸਾ ਵੀ ਖਾ ਲਿਆ, ਕੋਈ ਚੱਕਰ ਨਹੀਂ ਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਪੈਸਾ ਚਲੋ ਇਹ ਜਿੱਤ ਕੇ ਗੱਲ ਕਰ ਲੈਣ, ਜਿੱਤਣ ਦੀ ਗੱਲ ਵੱਲ ਵੱਧ ਜਾਣ। ਆਪਾਂ ਨੂੰ ਪੈਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਪੈਸਾ ਲੋਕਾਂ ਨੇ ਭੇਜਿਆ, ਕੋਈ ਚੱਕਰ ਨਹੀਂ ਹੈਗਾ। ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ, ਮੈਂ ਸਿਰਫ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਇਹ ਚਾਰ ਬੰਦੇ ਸਹੀ ਆ? ਤੇ ਜਿਹੜੀਆਂ 167 ਕਮੇਟੀਆਂ ਨੇ,
167 ਕਮੇਟੀਆਂ ਨੇ ਗੁਰਦੁਆਰਿਆਂ ਦੀਆਂ, ਕੀ ਉਹ ਸ਼ਦਾਈ ਆ ਜਿਨ੍ਹਾਂ ਨੇ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਵਿੱਚੋਂ ਧਮਾਕੇ ਹੋਰ ਕਰਨੇ ਅਜੇ ਜਥੇਬੰਦੀਆਂ ਵਾਲੀਆਂ ਨੇ, ਇਹਨਾਂ ਨੇ ਕਮੇਟੀਆਂ ਨੇ। ਹੋਣਾ ਕੀ ਆ, ਰੋਸ ਜਥੇਬੰਦੀਆਂ ਨੂੰ 167 ਜਥੇਬੰਦੀਆਂ ਨੂੰ ਰੋਸ ਤੁਹਾਡੇ ਤੇ ਆ, ਰੋਸ ਤੁਹਾਡੇ ਤੇ ਆ, ਪਰ ਉਹਦਾ ਫਰਕ ਕਿੱਥੇ ਪੈਣਾ ਵਾ ਉਹ ਗੱਲ ਮੈਂ ਤੁਹਾਨੂੰ ਹੁਣ ਦੱਸਦਾ। ਪੰਧੇਰ ਦੀ ਸਟੇਜ ਦੇ ਉੱਤੇ ਅੱਜ ਜੋ ਹਾਲਾਤ ਵੇਖੇ ਗਏ ਆ, ਉਹ ਵੇਖਦਿਆਂ ਸਾਰ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵਾਂ ਕਿ ਕੋਈ ਜਥੇਬੰਦੀ ਨੇ ਪੈਸਾ ਨਾ ਲਾ ਕੇ ਉੱਥੇ ਪੰਧੇਰ ਦੀ ਸਟੇਜ ਵੱਲ ਬੜੀ ਵੱਡੀ ਗਲਤੀ ਕੀਤੀ ਆ। ਸਭ ਤੋਂ ਵੱਡੀ ਗਲਤੀ ਹੁਣ ਇਹ ਹੋਈ ਆ ਕਿ ਜੇ ਇਹ 167 ਜਥੇਬੰਦੀਆਂ ਆਪਣਾ ਪੈਰ ਪਿੱਛੇ ਖਿੱਚ ਲੈਂਦੀਆਂ ਵਾ, ਪੈਸਾ ਭੇਜਣਾ ਬੰਦ ਕਰ ਦਿੰਦੀਆਂ ਵਾ, ਉਹਦੇ ਇੱਥੇ ਫਰਕ ਕਿਹਨੂੰ ਪੈਣਾ ਵਾ? ਇੱਕ ਗੱਲ ਮੈਨੂੰ ਤੁਸੀਂ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਦੱਸਿਓ, ਜੇ ਪੈਸਾ ਬਾਹਰੋਂ ਨਹੀਂ ਆਉਂਦਾ ਤਾਂ ਉਹਦਾ ਫਰਕ ਕਿਹਨੂੰ ਪੈਣਾ ਵਾ? ਇਹਨਾਂ ਲੀਡਰਾਂ ਨੂੰ? ਨਹੀਂ, ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਤੇਲ ਪਊਗਾ। ਸੋਰੀ ਜਗਤਾਰ ਬਾਈ, ਮੈਨੂੰ ਤੇਰਾ ਕਮੈਂਟ ਦੇ ਉੱਤੋਂ ਹੀ ਤੇਲ ਆ ਗਿਆ ਵੀ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਯਾਨੀ ਕਿ ਮਤਲਬ ਵੀ ਫਰਕ ਪਊਗਾ। ਉਹ ਕਿਉਂ ਨਹੀਂ ਪਊਗਾ? ਕਿਉਂਕਿ ਇਹਨਾਂ ਨੇ ਤੇ ਇੰਨੀ ਕੁ ਰਕਮ ਇਕੱਠੀ ਕਰ ਲਈ ਆ, ਉੱਥੇ ਬੈਠੇ ਰਹਿਣਗੇ, ਦਵਾਈਆਂ ਲੈਣਗੇ, ਹੋਟਲਾਂ 'ਚ ਰਹਿਣਗੇ, ਰੋਟੀ ਪਾਣੀ ਵਧੀਆ ਖਾਣਗੇ। ਫਰਕ ਕਿਹਨੂੰ ਪੈਣਾ? ਉੱਥੇ ਬੈਠੇ ਆਮ ਕਿਸਾਨ ਨੂੰ। ਉਹ ਕਿੱਦਾਂ ਪੈਣਾ? ਜੇ ਪੈਸਾ ਬਾਹਰੋਂ ਨਹੀਂ ਆਉਂਦਾ, ਪਿੰਡੋਂ ਤੁਸੀਂ ਪੰਜਾਬ ਦੇ ਉੱਤੋਂ ਰਾਸ਼ਨ ਲਿਆ ਸਕਦੇ ਹੋ, ਤੇ ਆਪਣੇ ਲਈ ਤੰਬੂ ਲਿਆ ਸਕਦੇ ਹੋ, ਆਪਣੇ ਲਈ ਕੱਪੜੇ ਲਿਆ ਸਕਦੇ ਹੋ, ਆਪਣੇ ਲਈ ਜੋ ਉੱਥੇ ਸਵੈਟਰ ਕੋਟੀਆਂ ਮਿਲਣ ਡਏ ਸੀ ਉਹ ਲਿਆ ਸਕਦੇ ਹੋ। ਹੁਣ ਇੱਕ ਗੱਲ ਵੇਖਿਓ, ਬਦਾਮ ਮਿਲਣੋਂ ਹਟ ਗਏ, ਪਿੰਨੀਆਂ ਆਉਣੋਂ ਹਟ ਗਈਆਂ, ਪੀਜੇ ਆਉਣੋਂ ਹਟ ਗਏ, ਲੱਡੂ ਆਉਣੋਂ ਹਟ ਗਏ। ਇਹ ਗੱਲ ਦੱਸਿਓ, ਇਹ ਹਟੇ ਆ ਕਿ ਨਹੀਂ? ਦਿਲ ਦੇ ਉੱਤੇ ਹੱਥ ਰੱਖ ਕੇ ਦੱਸਿਓ, ਇਹ ਕੁਝ ਹਟ ਗਿਆ ਜਾਂ ਨਹੀਂ? ਜੇ ਨਹੀਂ ਹਟਿਆ ਤਾਂ ਦੱਸੋ। ਹੁਣ ਤੁਹਾਨੂੰ ਕਿਤੇ ਬਦਾਮਾਂ ਦਾ ਲੰਗਰ ਤਾਂ ਨਹੀਂ ਨਾ ਦੀਦਾ, ਹੁਣ ਤੁਹਾਨੂੰ ਕਿਤੇ ਪੀਜ਼ਿਆਂ ਦਾ ਲੰਗਰ ਤਾਂ ਨਹੀਂ ਦੀਦਾ। ਹੋ ਸਕਦਾ 1 2 4 ਦਿਨ 10 ਦਿਨ ਹੋਰ ਦੇਖ ਜੂਗਾ। ਤੇ ਹੌਲੀ ਹੌਲੀ ਹੋਣਾ ਕੀ ਆ, ਤੁਹਾਨੂੰ ਤੰਬੂ ਮਿਲਦੇ ਸੀ, ਤੁਹਾਨੂੰ ਦਵਾਈਆਂ ਮਿਲਦੀਆਂ ਸੀ, ਤੁਹਾਨੂੰ ਮਸਾਜ ਮਸ਼ੀਨਾਂ ਲੱਗੀਆਂ ਸੀ, ਤੁਹਾਨੂੰ ਸਾਰਾ ਕੁਝ ਹੀ ਮਿਲਦਾ ਸੀ ਨਾ। ਸਿਰਫ ਇੱਕ ਗੱਲ ਵੇਖਿਓ ਕਿ ਬਾਈ ਜੀ ਹੌਲੀ ਹੌਲੀ ਜਿਹੜਾ ਵਾ ਨਾ ਉਹ ਸਿਸਟਮ ਬਦਲ ਜਾਣਾ। ਹਾਂਜੀ, ਪੰਧੇਰ ਦੀ ਸਟੇਜ ਤੇ ਇੱਕ ਲੰਗਰ ਹੀ ਆ ਨਾ, ਕਿਉਂਕਿ ਪਹਿਲਾਂ ਕਾਫੀ ਲੰਗਰ ਹੀ, ਲੋਕਾਂ 'ਚ ਉਤਸ਼ਾਹ ਹੀ, ਲੋਕਾਂ 'ਚ ਰੋਹ ਹੀ, ਲੋਕਾਂ ਦੇ ਵਿੱਚ ਜਿਹੜਾ ਸੀ ਨਾ ਇੱਕ ਜਜ਼ਬਾ ਹੀ ਲੜਨ ਦਾ। ਪਰ ਉਹ ਹੋਣ ਕੀ ਡਿਆ, ਹੌਲੀ ਹੌਲੀ ਹੋ ਕੀ ਰਿਹਾ ਵਾ? ਉਹ ਹੌਲੀ ਹੌਲੀ ਹੋ ਰਿਹਾ ਵਾ ਕਿ ਲੋਕਾਂ ਦਾ ਉਤਸ਼ਾਹ, ਜਜ਼ਬਾ, ਰੋਹ, ਪੈਸਾ, ਸਮਾਂ ਸਾਰਾ ਕੁਝ ਹੀ ਜਾਂਦਾ ਲੱਗਣ ਡਿਆ। ਤੇ ਬਾਹਰ ਵਾਲਿਆਂ ਨੂੰ ਜਿਹੜਾ ਵਾ, ਬਾਹਰ ਵਾਲਿਆਂ ਨੂੰ ਉਹ ਦਿਸਣ ਡਿਆ ਵਾ, ਬਾਹਰ ਵਾਲਿਆਂ ਨੂੰ ਉਹ ਦਿਸਣ ਡਿਆ ਵਾ ਕਿ ਸਾਡੇ ਪੈਸੇ ਦੇ ਨਾਲ ਨਾਲ ਸਾਡੇ ਲੋਕਾਂ ਦੇ ਸਮੇਂ ਦੀ ਵੀ ਬਰਬਾਦੀ ਹੋਣ ਡਈ ਆ। ਜੇ ਨਹੀਂ ਹੋ ਰਹੀ ਤਾਂ ਦੱਸ ਦਿਓ। ਕੋਈ ਬੰਦਾ, ਇੱਕ ਬੰਦਾ ਵੀ ਕਹਿ ਦਿਓ ਵੀ ਸਾਡੇ ਸਮੇਂ ਦੀ, ਸਾਡੇ ਪੈਸੇ ਦੀ, ਸਾਡੇ ਜਜ਼ਬਾਤਾਂ ਦੀ ਬਰਬਾਦੀ ਹੋ ਰਹੀ ਹੈ ਕਿ ਨਹੀਂ? ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਪੈਸਾ ਕਮਾਉਣ ਵਾਲੇ ਪੈਸਾ ਕਮਾਉਣ ਡਏ ਆ, ਪਰ ਨੁਕਸਾਨ ਸਾਡਾ ਹੋ ਰਿਹਾ ਵਾ। ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਪੈਸੇ ਕਿਸੇ ਮਤਲਬ ਵੀ 4 ਛਿਲੜਾਂ ਭੇਜਦੇ ਹਾਂ ਤੇ ਸਾਡੇ ਲਈ ਯਾਰ ਕੋਈ, ਅਸੀਂ ਜੇ ਇੱਕ ਟਾਈਮ ਵੀ ਰੋਟੀ ਅਸੀਂ ਘਰੋਂ ਲੈ ਜਾਈਏ ਨਾ, 1 2 ਦਿਨ ਦੀ ਮਤਲਬ ਵੀ ਲੈ ਕੇ ਘਰੋਂ ਚੱਲ ਜਾਈਏ, ਤੇ ਅਸੀਂ ਜੇ ਮਤਲਬ ਵੀ ਭੇਜ ਦਿੰਦੇ ਹਾਂ ਕਿਸੇ ਨੂੰ $150, ਤੇ ਉਹ ਕੋਈ ਵੱਡੀ ਗੱਲ ਨਹੀਂ ਹੁੰਦੀ ਯਾਰ। ਉਹ $100 ਸਾਡਾ ਤੇ ਕੁੱਖ ਵੀ ਨਹੀਂਗਾ ਯਾਰ, ਕੁਝ ਵੀ ਨਹੀਂਗਾ। ਜਿੰਨੀ ਲੋਕਾਂ ਨੇ ਸੇਵਾ ਕੀਤੀ ਆ, ਉਨੀ ਸੇਵਾ ਦੇ ਪਿੱਛੇ ਸਾਡਾ ਜੇ ਕਿਤੇ $100 ਚੱਲਦਾ ਵਾ, ਤੇ ਉਹ ਤੇ ਊਠ ਦੇ ਮੂੰਹ 'ਚ ਜੀਰੇ ਬਰਾਬਰ ਵੀ ਨਹੀਂ ਹੈਗਾ, ਜਿੰਨਾ ਲੋਕਾਂ ਨੇ ਪੈਸਾ ਭੇਜ ਛੱਡਿਆ ਵਾ, ਜਿੰਨਾ ਲੋਕਾਂ ਨੇ ਆਪਣੀ ਮਤਲਬ ਵੀ ਇੱਕ ਜਜ਼ਬੇ ਦੇ ਨਾਲ ਪੈਸਾ ਭੇਜਿਆ ਵਾ। ਹੌਲੀ ਹੌਲੀ ਸਾਰਾ ਕੁਝ ਸਾਡਾ ਨਾ, ਸਾਰਾ ਕੁਝ ਹੀ ਸਾਡਾ ਮਾਰ ਦੇਣਾ ਇਹਨਾਂ ਨੇ।
ਹਾਂਜੀ, ਬੇਤੁਕੀਆਂ ਦੀਆਂ ਗੱਲਾਂ ਜਵਾਬ ਤੇ ਮੈਂ ਤੁਹਾਨੂੰ ਪੁੱਛਣ ਡਿਆ ਵੀ ਜੇ ਤੁਹਾਨੂੰ ਲੱਗਦਾ ਬੇਤੁਕੀਆਂ ਤੇ ਕੋਈ ਜਵਾਬ ਦੇ ਦਿਓ। ਆਪਾਂ ਨੂੰ ਹੁਣ ਵੇਖੋ ਬਾਈ ਜੀ, ਪਹਿਲੀ ਤੇ ਗੱਲ ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਪੰਧੇਰ ਸਾਹਿਬ ਤੱਕ ਤੁਸੀਂ ਮੈਸੇਜ ਲਾਓ। ਪੰਧੇਰ ਸਾਹਿਬ ਹੋਣਾ ਤੇ ਵੀ ਪਰਚੇ, ਪੰਧੇਰ ਤੇ ਕਿਹੜਾ ਪਰਚਾ ਨਹੀਂ ਹੈਗਾ, ਸੰਧੂ ਤੇ ਕਿਹੜਾ ਪਰਚਾ ਨਹੀਂ ਹੈਗਾ ਯਾਰ। ਉਹੋ ਹੀ ਪਰਚੇ ਜਿਹੜੇ ਆ ਉਹ ਇਹਨਾਂ ਦੇ ਉੱਤੇ ਆ, ਉਹੋ ਹੀ ਪਰਚੇ ਲੱਖੇ ਹੋਣਾ ਦੇ ਉੱਤੇ ਆ। ਤੇ ਆਪਾਂ ਜਿਹੜਾ ਵਾ, ਆਪਾਂ ਕਿਉਂ ਨਹੀਂ ਇਹਨਾਂ ਨੂੰ ਸਵਾਲ ਕਰਨ ਡਏ ਵੀ ਬਾਈ ਸਾਡਾ ਅਗਲਾ ਟੀਚਾ ਕੀ ਹੋਊਗਾ। ਪਰਮਿੰਦਰ ਬੜੈਚ ਆ ਮਾਈਕ ਲੈ ਕੇ ਸਾਹਮਣੇ ਉੱਤੇ ਫੋਟੋ ਖਿੱਚ ਕੇ ਐਂ ਗੱਲ ਨਹੀਂ ਬਣਦੀ ਹੁੰਦੀ। ਜਵਾਬ ਦੇ ਗੱਲ ਦਾ। ਤੂੰ ਹਰ ਥਾਈਂ ਆਣ ਕੇ ਉੱਥੇ ਚੀਕਾਂ ਮਾਰੀ ਜਾਂਦਾ ਰਹਿਣਾ ਵਾ। ਜਵਾਬ ਦੇ ਗੱਲ ਦਾ ਵੀ ਕੋਈ ਆ 3 ਘੰਟੇ ਦਾ ਬੰਦ ਕਰਕੇ ਕੀ ਕਰੋਗੇ 6 ਤਰੀਕ ਨੂੰ? ਇਹ ਕਿਹਦੀ ਗੱਲ ਭੈਣ ਚੋਦ ਸਾਡੀ ਉੱਥੇ ਗੱਲ, ਮਤਲਬ ਵੀ ਸਾਡੇ ਚਿੱਤੜਾਂ 'ਚ ਭੈਣ ਚੋ ਇਹ ਕਿੱਤਾ ਦੀ ਬੌਂਸਰੀ ਠੋਕ ਦਿਆ ਕਰੋ ਪਿੱਛਿਓਂ, ਆਪਣੀ ਜਨਾ ਕਿਤੇ ਮਾਸਾ ਕਰਿਓ। ਬਾਕੀ ਹੁਣ ਤੁਹਾਨੂੰ ਹੌਲੀ ਹੌਲੀ ਜਿਹੜੀ ਆ ਉਹ ਸਾਹਮਣੇ ਜਿਹੜੀ ਆ ਨਾ ਉਹ ਗੱਲਬਾਤ ਤੁਹਾਡੇ ਆ ਹੀ ਜਾਣੀ ਆ। ਇਹ ਗੱਲ ਪੰਧੇਰ ਹੋਣੀ ਅੱਜ ਸਮਝ ਲੈਣ ਜਾਂ ਪੰਧੇਰ ਹੋਣੀ ਕੱਲ ਸਮਝ ਲੈਣ। ਬਿੱਲ ਜਿਹੜੀ ਆ ਉਹ ਤੁਸੀਂ ਮਾਈਕ ਦੇ ਉੱਤੇ ਸਾਹਮਣੇ ਕੀ ਲੈ ਕੇ ਖਲੋਤੇ ਉੱਥੇ, ਫੋਟੋ ਤੇ ਤੂੰ ਐਡੀ ਤਗੜੀ ਲਾਈ ਆ ਵੀ ਜਿੱਦਾਂ ਉੱਥੇ ਸਾਰੀ ਵਰਲਡ ਨੂੰ ਤੂੰ ਹੀ ਸੰਬੋਧਨ ਕਰਨ ਡਿਆ। ਉਹ ਤਾਂ ਮੈਂ ਤੁਹਾਨੂੰ ਗੱਲ ਪੁੱਛਣ ਡਿਆ ਵਾਂ ਇੰਨੀ ਗੱਲ ਕਿ ਤੂੰ ਬਾਈ ਜੀ ਤੁਸੀਂ ਦੱਸੋ ਵੀ ਤੁਸੀਂ ਕੀ ਪ੍ਰੋਗਰਾਮ ਲੀਕਣ ਡਏ ਹੋ? ਤੁਸੀਂ ਸਾਨੂੰ ਪੁੱਛਣ ਡਏ ਹੋ ਦੱਸੋ ਕੀ ਕਰੀਏ? ਅਬ ਤੂੰ ਮੈਨੂੰ ਪੁੱਛਣ ਡਿਆ ਵਾ ਕੀ ਕਰੀਏ? ਮਾਈਕ ਲੈ ਕੇ ਤੂੰ ਫੜ ਕੇ ਇਦਾਂ ਖਲੋਤਾ ਵਾ ਵੀ ਜਿੱਦਾਂ ਮਤਲਬ ਵੀ ਟਰੰਪ ਤੋਂ ਬਾਅਦ ਤੇ ਸਪੀਚ ਹੀ ਤੇਰੀ ਆ, ਉਸ ਤੋਂ ਬਾਅਦ ਸਪੀਚ ਹੀ ਹੋਰ ਕਿਸੇ ਦੀ ਨਹੀਂ ਹੈਗੀ। 33 ਜਥੇਬੰਦੀਆਂ ਹੋ ਤੁਸੀਂ, ਹਰ ਗੱਲ ਤੇ ਕਹਿੰਦੇ ਹੋ 33 ਜਥੇਬੰਦੀਆਂ ਵਾ। 33 ਜਥੇਬੰਦੀਆਂ ਦੇ ਵਿੱਚ ਜਿੰਨੇ ਬੰਦੇ ਉਨੇ ਹੀ ਅਹੁਦੇ ਤੁਹਾਡੇ। ਪੁੱਛਣ ਮੈਨੂੰ ਡਏ ਹੋ ਤੁਸੀਂ? ਤੁਹਾਨੂੰ ਪੁੱਛੀ ਤਾਂ ਅਗਲੀ ਵਿਉਂਤਬੰਦੀ ਕੀ ਜੀ? 3 ਘੰਟੇ ਦਾ ਜਾਮ। ਉਹ 3 ਘੰਟੇ ਦਾ ਜਾਮ ਤੇ ਸਾਨੂੰ 9 ਘੰਟੇ ਦਾ ਜਾਮ ਤੇ ਇੱਥੇ ਸਾਨੂੰ ਜਿਹੜੀ ਕਿਸੇ ਵੇਲੇ ਰੋਡ ਤੇ ਲੰਘ ਜਾਂਦੇ ਆ। 9 ਘੰਟੇ ਇੱਥੇ ਲੰਘ ਜਾਂਦੇ ਆ। ਤੁਸੀਂ 3 ਘੰਟੇ ਦਾ ਜਾਮ ਲਾ ਕੇ ਕਿਹੜੀ ਸਰਕਾਰ ਨੂੰ ਦੇਣ ਡਏ ਹੋ? ਕੀ ਸਰਕਾਰ ਨੂੰ ਮਤਲਬ ਵੀ ਦੇਣ ਡਏ ਹੋ? ਏਡਾ ਤਗੜਾ ਟੀਚਾ ਵੀ ਬੜਾ ਤਗੜਾ ਅਸੀਂ ਟੀਚਾ ਦੇ ਦਿੱਤਾ ਵਾ। ਠੀਕ ਹੈ ਨਾ? ਕੋਈ ਯਾਰ ਕੋਈ ਵਿਉਂਤਬੰਦੀ ਕਰੋ, ਕੋਈ ਤੁਸੀਂ ਦੱਸੋ, ਗੱਲਬਾਤ ਦੱਸੋ ਅੱਗੇ ਯੂਥ ਨੂੰ ਵੀ ਹਾਂ ਵੀ ਸਾਡਾ ਅਗਲਾ ਟੀਚਾ ਹੋਊਗਾ। 33 ਜਥੇਬੰਦੀਆਂ ਬਣਾ ਕੇ 33 ਪ੍ਰਧਾਨ ਲੈ ਕੇ ਤੁਸੀਂ ਉੱਥੇ ਬੈਠੇ ਹੋ। 6 ਤਰੀਕ ਨੂੰ ਤੁਸੀਂ ਟੀਚਾ ਦੇਣ ਡਏ ਹੋ ਜੀ ਅਸੀਂ 3 ਘੰਟੇ ਦਿੱਲੀ ਬੰਦ ਕਰਨੀ ਹੈ। ਮੈਨੂੰ ਯਾਰ ਤੁਹਾਡੀ ਸਮਝ ਨਹੀਂ ਆਉਣ ਡਈ। ਪੋਸਟਾਂ ਤੇ ਤੁਸੀਂ ਆਣ ਕੇ ਚੀਕਾਂ ਮਾਰੀ ਜਾਂਦੇ ਹੋ। ਵੜੈਚ ਸਾਹਿਬ ਮਾਈਕ ਤੁਸੀਂ ਫੜਿਆ ਵਾ ਹੱਥ ਦੇ ਵਿੱਚ, ਫੋਟੋ ਤੁਸੀਂ ਮੋਟੀ ਕਰਕੇ ਲਾਈ ਆ ਆਪਣੀ ਪੇਜ ਦੇ ਉੱਤੇ, ਫੋਟੋ ਦੇ ਉੱਤੇ ਸਲਾਮਾਂ ਤੁਸੀਂ ਸਾਨੂੰ ਦੇਣ ਡਏ ਹੋ, ਏਕਤਾ ਕਰ ਲਓ, ਏਕਤਾ ਕਰ ਲਓ। ਪਰ ਜਦੋਂ ਤੁਹਾਨੂੰ ਪੁੱਛੀਦਾ ਵਾ ਵੀ ਬਾਈ ਜੀ ਤੁਹਾਡਾ ਕੀ ਪ੍ਰੋਗਰਾਮ, ਤੁਸੀਂ ਕੀ ਲੀਕਣਾ ਵਾ, ਤੇ ਤੁਸੀਂ ਇੰਨੀ ਗੱਲ ਕਹਿੰਦੇ ਹੋ ਤੁਸੀਂ ਦੱਸ ਦਿਓ। ਜੇ ਤੁਸੀਂ ਸਾਡੇ ਕੋਈ ਪੁੱਛਣਾ ਵਾ ਤੇ ਫਿਰ ਤੁਸੀਂ ਕਿਹੜੇ ਕੰਮ ਨੂੰ ਬੈਠੇ ਉੱਥੇ 33 ਜਥੇਬੰਦੀਆਂ ਲੈ ਕੇ? ਤੁਸੀਂ ਇੱਕ ਗੱਲ ਮੈਂ ਤੁਹਾਨੂੰ ਇੰਨੀ ਗੱਲ ਪੁੱਛਦਾ ਵਾਂ, ਤੁਸੀਂ ਇੰਨੀ ਗੱਲ ਮੈਨੂੰ ਦੱਸ ਦਿਓ। 3 ਘੰਟੇ ਜਾਮ ਲਾ ਕੇ 3 ਘੰਟੇ ਜਾਮ ਲਾ ਕੇ ਖੱਟੋਗੇ ਕੀ ਪ੍ਰਾਪਤੀ ਹੋਊਗੀ? ਤੁਸੀਂ ਵੜੈਚ ਸਾਹਿਬ ਤੁਸੀਂ ਸੁਣ ਰਹੇ, ਦੱਸ ਦਿਓ ਮੈਨੂੰ ਕੀ ਪ੍ਰਾਪਤੀ ਕਰੋਗੇ 3 ਘੰਟੇ ਦਾ ਮਤਲਬ ਵੀ ਜਾਮ ਲਾ ਕੇ? ਉਹਦਾ ਫਾਇਦਾ ਕੀ ਹੋਊਗਾ? ਜਾਮ ਮੈਨੂੰ ਅੱਜ ਦੱਸ ਦਿਓ। ਹੁਣ ਮੈਂ ਤੁਹਾਨੂੰ ਇਹ ਕਰਕੇ ਪੁੱਛਣ ਡਿਆ ਵੀ ਮੈਨੂੰ ਅੱਜ ਦੱਸ ਦਿਓ ਵੀ ਕੀ ਫਾਇਦਾ ਹੋਊਗਾ। ਮੈਂ ਤੁਹਾਡੇ ਹੱਕ 'ਚ ਪ੍ਰਚਾਰ ਕਰੂੰਗਾ 2 ਦਿਨ ਪੂਰਾ। ਆਪਾਂ ਮੇਰੇ ਹਿਸਾਬ ਨਾਲ ਪਰਸੋਂ ਨੂੰ ਆ ਕਿ ਕੱਲ੍ਹ ਵਾ 6 ਤਰੀਕ। ਮੈਨੂੰ ਦੱਸੋ ਨਾ 3 ਘੰਟਿਆਂ ਦੇ ਜਾਮ ਦਾ ਫਾਇਦਾ ਕੀ ਹੋਊਗਾ? ਸਰਕਾਰ ਹਿੱਲ ਜੂਗੀ? ਮੋਦੀ ਡਰ ਜੂਗਾ? ਦੱਸੋ ਤੇ ਸਹੀ ਕੀ ਹੋ ਜੂਗਾ ਇੱਥੇ? ਮੈਂ ਨਾ ਵੀ LA ਦੇ ਵਿੱਚ ਜਦੋਂ ਅਸੀਂ ਸ਼ਹਿਰ ਦੇ ਵਿੱਚ ਜਾਈਦਾ 3-4 ਘੰਟੇ ਜਿਹੜਾ ਹੁੰਦਾ ਨਾ ਉਹ ਜਾਮ ਕਈ ਵਾਰੀ ਉਦਾਂ ਹੀ ਪੈ ਜਾਂਦਾ ਵਾ, ਇੱਕ ਗੱਡੀ ਦਾ ਐਕਸੀਡੈਂਟ ਹੋ ਜੇ ਤੇ ਮੈਂ ਤੁਹਾਨੂੰ ਇੰਨੀ ਗੱਲ ਵੜੈਚ ਸਾਹਿਬ ਪੁੱਛਣ ਡਿਆ ਵਾਂ ਕਿ ਬਾਈ ਜੀ ਤੁਸੀਂ ਮੈਨੂੰ ਦੱਸ ਦਿਓ ਇਹ 3 ਘੰਟੇ ਦਾ ਫਾਇਦਾ ਕੀ ਹੋਊਗਾ? ਕੋਈ ਬੰਦਾ ਤੁਹਾਡੇ ਚੋਂ, ਕੋਈ ਬੰਦਾ ਰਜਿੰਦਰ ਕਾਮਰੇਡ ਆ, ਰਾਜੇ ਵਾਲਾ, ਡੱਲੇ ਵਾਲਾ, ਲੱਖੋਵਾਲ ਆ, ਹੋਰ ਵਾ ਕੋਈ ਬੰਦਾ ਤੁਹਾਨੂੰ ਅੱਜ ਪਹਿਲਾਂ ਸਾਡੇ ਨਾਲ ਕਮੈਂਟਮੈਂਟ ਕਰੋ ਤੁਸੀਂ
ਤੁਸੀਂ ਕਮਿਟਮੈਂਟ ਤੇ ਕਰੋ ਸਾਡੇ ਨਾਲ। ਤੁਸੀਂ ਪਹਿਲੀਆਂ ਕਮਿਟਮੈਂਟਾਂ ਕਰਕੇ ਸਾਰੀਆਂ ਹੀ ਉੱਤੋਂ ਭੱਜ ਗਏ। ਕੋਈ ਕਮਿਟਮੈਂਟ ਤੁਹਾਡੀ ਜਿਹੜੀ ਪੂਰੀ ਨਹੀਂ ਕੀਤੀ ਤੁਸੀਂ। ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣ ਤੋਂ ਕਹਿਣ ਤੋਂ ਬਾਅਦ ਤੁਹਾਡੇ ਕੋਲ ਦਿੱਲੀ ਚੜ੍ਹਨ ਦੀ ਤਾਂ ਮਤਲਬ ਵੀ ਤੁਹਾਡੀ ਔਕਾਤ ਨਹੀਂ ਹੈਗੀ ਵੀ ਦਿੱਲੀ ਦੀ ਸੜਕ ਤੇ ਚੜ੍ਹ ਜਾਈਏ। ਤੁਸੀਂ ਬਾਰ-ਬਾਰ ਚੀਕਾਂ ਮਾਰਨ ਫਿਰਦੇ। ਕੱਲ ਵਾਲੇ 3 ਘੰਟੇ ਦੀ ਪ੍ਰਾਪਤੀ ਕੀ ਹੋਊਗੀ ਇਹ ਤੇ ਗੱਲ ਦੱਸ ਦਿਓ। ਇਹ ਤੇ ਕਿਸੇ ਦੇ ਕੰਨੀ ਤੇ ਪਾ ਦਿਓ ਵੀ ਇਹ 3 ਘੰਟੇ ਬੰਦ ਕਰਨ ਦੀ ਦਿੱਲੀ ਦੀ ਕੀ ਪ੍ਰਾਪਤੀ ਹੋਊਗੀ ਤੁਹਾਨੂੰ। ਹੱਦ ਯਾਰ। ਉਹ ਜਦੋਂ ਤੁਹਾਨੂੰ ਕੋਈ ਸਵਾਲ ਕਰੀਦਾ ਤੁਸੀਂ ਗਾਲਾਂ ਕੱਢਣ ਨੂੰ ਆ ਜਾਂਦੇ ਹੋ। ਬਿਲਕੁਲ ਕਹਿੰਦਾ ਫਰਕ ਪੈਂਦਾ। ਹੁਣ ਤੱਕ ਸਰਕਾਰਾਂ ਨੂੰ ਬੈਕਫੁੱਟ ਤੇ ਲੈ ਜਾਂਦਾ। ਕੀ ਮਤਲਬ ਵੀ ਤੁਸੀਂ ਸਰਕਾਰਾਂ ਨੂੰ ਬੈਕਫੁੱਟ ਤੁਸੀਂ ਕੀ ਸਮਝਦੇ ਵੀ ਇਹ ਤੁਹਾਡੇ 4-5 ਬੰਦਿਆਂ ਨੇ ਲਿਆਂਦਾ ਬੈਕਫੁੱਟ ਦੇ ਉੱਤੇ? ਇਹ ਆਪਣੇ ਦਿਲ ਦੇ ਵਿੱਚੋਂ ਬੈਕਫੁੱਟ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਬੈਕਫੁੱਟ ਤੇ ਅਸੀਂ ਲੈਂਦਾ, ਉਹ ਬੈਕਫੁੱਟ ਤੇ ਤੁਸੀਂ ਨਹੀਂ ਲੈਂਦਾ। ਜਿਹੜੀ ਗੱਲ ਤੁਸੀਂ ਸਮਝਣ ਦੇ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ। ਇਹ ਤੁਹਾਡਾ ਬੈਕਫੁੱਟ ਤੇ ਲਿਆਉਣ ਜੇ ਤੁਹਾਡੀ ਕੋਈ ਕਰਤੂਤ ਇਦਾਂ ਦੀ ਨਹੀਂ ਹੈਗੀ ਤੁਸੀਂ ਬੈਕਫੁੱਟ ਤੇ ਲੈਂਦਾ। ਤੁਸੀਂ ਰਿੰਗ ਰੋਡ ਤੇ ਵੀ ਚੜ੍ਹਨ ਨੂੰ ਤਿਆਰ ਨਹੀਂ, ਬਾਹਰ ਬੂਰ ਜਾਣ ਨੂੰ ਤਿਆਰ ਨਹੀਂ। ਉੱਥੇ ਜਿਹੜੀ ਕੋਈ ਨੌਜਵਾਨੀ ਜਿਹੜੀ ਆਪਣੀ ਆ ਉਹ ਆਪ ਮੁਹਾਰੇ ਚਲ ਗਈ ਆ ਉਧਰ ਨੂੰ, ਤੇ ਉੱਥੇ ਏਡਾ ਤਕੜਾ ਹੰਗਾਮਾ ਹੋ ਗਿਆ, ਸੱਟਾਂ ਲੱਗੀਆਂ, ਬੰਦੇ ਮਰ ਗਏ। ਦੁਨੀਆ ਦੇ ਵਿੱਚ ਉਹਦੀ ਗੱਲ ਉੱਡੀ ਆ। ਉਹ ਤੁਸੀਂ ਮੈਂ ਨਾ ਵੀ ਉਹ ਕੁੜੀ ਰਿਹਾਨਾ ਵਾ, ਉਹਦੇ ਪੈਰ ਧੋ ਕੇ ਪੀਓ। ਉਹਨੇ ਤੁਹਾਡਾ ਮਸਲਾ ਵਰਲਡ ਦੇ ਵਿੱਚ ਲੈਣ ਦਾ, ਉਹਨੇ ਮਸਲਾ ਤੁਹਾਡਾ ਜਿਹੜਾ ਵਾ ਇਦਾਂ ਦੇ ਬੰਦੇ ਉਹਦੇ ਨਾਲ ਲੱਗ ਕੇ ਇਦਾਂ ਦੇ ਬੰਦੇ ਖੜੇ ਹੋ ਗਏ ਵੀ ਸਾਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚ ਗਈ ਆ। ਉਹ ਪ੍ਰਾਪਤੀ ਬੈਕਫੁੱਟ ਤੇ ਲਿਆਉਣ ਵਾਲੀ ਜਿਹੜੀ ਹੈਗੀ ਨਾ ਵੜੈਚ ਸਾਹਿਬ, ਉਹ ਤੁਹਾਡੀ ਨਹੀਂ ਗੀ। ਉਹ ਲੋਕਾਂ ਦੇ ਪੱਟਾਂ 'ਚ ਵੱਜੀਆਂ ਗੋਲੀਆਂ, ਸਿਰਾਂ ਦੇ ਵਿੱਚੋਂ ਵਗਦੇ ਖੂਨ ਦੀ ਪ੍ਰਾਪਤੀ ਆ। ਉਹਨਾਂ ਦੀ ਪ੍ਰਾਪਤੀ ਆ, ਤੁਹਾਡੀ ਕੋਈ ਪ੍ਰਾਪਤੀ ਨਹੀਂ ਗੀ। ਤੁਸੀਂ ਤੇ ਜਿੱਧਰ ਨੂੰ ਸਰਕਾਰ ਨੇ ਤੁਹਾਨੂੰ ਕਹਿ ਦਿੱਤਾ ਸੀ ਉਧਰ ਨੂੰ ਹੀ ਤੁਰ ਪੈਣਾ ਸੀ। ਤੁਸੀਂ ਸਰਕਾਰ ਤੁਹਾਨੂੰ ਕਹਿ ਦਿੰਦੀ ਵੀ ਤੁਸੀਂ ਦਿੱਲੀ ਦੇ ਬਾਹਰ ਘੁੰਮ ਲਓ, ਤੁਸੀਂ ਤੇ ਉੱਥੇ ਵੀ ਘੁੰਮਣ ਨੂੰ ਤਿਆਰ ਸੀ। ਉਹ ਤੇ ਮਹਾਰਾਜ ਨੇ ਕਰਵਾਤਾ ਜਾਂ ਜਿੱਦਾਂ ਵੀ ਹੋ ਗਿਆ। ਨੁਕਸਾਨ ਹੋਇਆ, ਮੈਂ ਇਹ ਨਹੀਂ ਆਂਦਾ ਵੀ ਨੁਕਸਾਨ ਨਹੀਂ ਹੋਇਆ। ਨੁਕਸਾਨ ਹੋਇਆ, ਬੰਦਿਆਂ ਆਪਣੇ ਦਾ ਨੁਕਸਾਨ ਹੋਇਆ, ਖੂਨ ਡੁੱਲਾ, ਪਰ ਉਹ ਖੂਨ ਦਾ ਕਰਕੇ ਗੱਲ ਦੁਨੀਆ ਤੱਕ ਗਈ ਹੈ ਤੇ ਸਰਕਾਰ ਬੈਕਫੁੱਟ ਤੇ ਆਈ ਆ। ਤੁਸੀਂ ਕੀ ਸੋਚਣ ਡੇ ਵੀ ਆ ਤੁਹਾਡੇ ਲਾਲ ਕੱਛੇ ਵੇਖ ਕੇ ਜਿਹੜੀ ਆ ਸਰਕਾਰ ਬੈਕਫੁੱਟ ਤੇ ਆ ਗਈ ਆ? ਵਾਟ ਦਾ ਫੱਕ ਮੈਨ। ਕਿੱਥੇ ਸੋਚ ਤੁਹਾਡੀ ਯਾਰ? ਕਿੱਥੇ ਕੀ ਸਮਝਣ ਡੇ ਹੋ ਤੁਸੀਂ ਆਪਣੇ ਆਪ ਨੂੰ ਵੀ ਤੁਸੀਂ ਸਰਕਾਰ ਜਿਹੜੀ ਬੈਕਫੁੱਟ ਤੇ ਲੈਂਦੀ ਆ? ਤੁਸੀਂ 1 ਮਿੰਟ ਮੈਂ ਪਿਛਲੀ ਵਾਰ ਕਿੱਦਾਂ ਉਹ ਭਰਾ ਵੜੈਚ ਸਾਹਿਬ, ਉਹ ਤੁਹਾਡੇ ਕੋਲ ਮੈਂ ਪੁੱਛਣ ਡਿਆ ਵੀ ਆ 3 ਘੰਟੇ ਦਾ ਜਾਮ ਲਾ ਕੇ ਨਾ ਤੇ ਤੁਸੀਂ ਮੈਨੂੰ ਦੱਸ ਦਿਓ ਵੀ 3 ਘੰਟੇ ਦਾ ਜਾਮ ਲਾ ਕੇ ਤੁਸੀਂ ਪ੍ਰਾਪਤੀ ਕੀ ਕੀਤੀ ਆ। ਠੀਕ ਆ ਨਾ? ਇਹ ਗੱਲ ਦਾ ਆਪਾਂ ਬਾਅਦ ਦੇ ਵਿੱਚ ਜਿਹੜੀ ਹੈ ਨਾ ਉਹ ਤੁਹਾਡੇ ਕੋਲ 6 ਤਰੀਕ ਨੂੰ ਸ਼ਾਮਾਂ ਨੂੰ ਪੁੱਛਾਂਗੇ ਵੀ ਦੱਸਿਓ ਵੀ ਕੀ ਪ੍ਰਾਪਤੀ ਹੈ ਤੁਹਾਡੀ 0 ਪ੍ਰਾਪਤੀ ਰਹਿਣੀ ਆ। ਜਿੰਨਾ ਚਿਰ ਤੁਸੀਂ ਬੰਦੇ ਨਹੀਂ ਲੈ ਕੇ ਆਉਂਦੇ ਨਾ ਮੋਰਚੇ ਦੇ ਵਿੱਚ, ਜਿਹੜੇ 2-3 ਬੰਦੇ ਹੈਗੇ ਸੀ ਜਿਹੜੇ ਖੜੇ ਕਰਨ ਵਾਲੇ, ਜਿਹੜੇ ਸਟੈਂਡ ਲੈਣ ਵਾਲੇ, ਉਹ ਲੁਕਦੇ ਫਿਰਨ ਡਏ ਆ। ਤੇ ਧੰਨਵਾਦ ਕਰੋ ਬੀਬੀ ਰਿਹਾਨਾ ਦਾ, ਧੰਨਵਾਦ ਕਰੋ ਉਹਨਾਂ ਪਲੇਅਰਾਂ ਦਾ, ਧੰਨਵਾਦ ਕਰੋ ਉਹਨਾਂ ਇੰਟਰਨੈਸ਼ਨਲ ਮਹਾਨ ਹਸਤੀਆਂ ਦਾ ਜਿਨ੍ਹਾਂ ਨੇ ਜਿਹੜੀ ਮਤਲਬ ਵੀ ਇੱਥੋਂ ਤੱਕ ਲਿਆਣ ਕੇ ਲੋਕਾਂ ਦੇ ਵਿੱਚ ਗੱਲ ਵਰਲਡ ਲੈਵਲ ਦੇ ਵਿੱਚ ਲੋਕਾਂ ਦੇ ਵਿੱਚ ਲਿਆਣ ਕੇ ਤੇ ਉਹ ਜਿਹੜੀ ਆ ਉਹ ਸਾਹਮਣੇ ਰੱਖ ਦਿੱਤੀ ਦੁਨੀਆ ਦੇ ਵੀ ਸਾਡੇ ਨਾਲ ਧੱਕਾ ਹੋਣ ਡਿਆ। ਨਹੀਂ ਤੇ ਤੁਸੀਂ 40 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਥਾਣਿਆਂ ਦੇ ਅੱਗੋਂ, ਕਿੰਨੇ DC ਦਫ਼ਤਰਾਂ ਦੇ ਅੱਗੋਂ ਪੱਗਾਂ ਲਵਾ ਕੇ ਘਰ ਆਏ ਹੋ। ਪਤਾ ਹੀ ਨਹੀਂ ਹੋਣਾ ਤੁਹਾਨੂੰ, ਖੁਦ ਨਹੀਂ ਪਤਾ ਹੋਣਾ ਕਿੰਨੀ ਵਾਰੀ ਕੱਪੜੇ ਪੜਵਾ ਕੇ ਤੁਸੀਂ ਘਰਾਂ ਨੂੰ ਆ ਗਏ, ਨਿੱਕੇ ਮੋਟੇ ਪਰਚੇ ਪਵਾ ਕੇ ਤੇ ਫਿਰ ਲੋਕਾਂ ਕੋਲ ਪੈਸੇ ਇਕੱਠੇ ਕਰ ਲਏ ਆ। ਇਹ DC ਦਫ਼ਤਰ ਸਾਹਮਣੇ ਜਿਹੜਾ ਵਾ ਨਾ DC ਦਫ਼ਤਰ ਵਾਲਾ ਧਰਨਾ ਨਹੀਂ ਹੈਗਾ। ਇਹ ਕੋਈ ਪਟਿਆਲੇ ਜਿਹੜਾ ਮਤਲਬ ਵੀ ਤਹਿਸੀਲਦਾਰ ਦੇ ਦਫ਼ਤਰ ਦੇ ਅੱਗੇ ਮਤਲਬ ਵੀ ਹੈ ਨਹੀਂ ਗਾ, ਧਰਨਾ ਨਹੀਂ ਹੈਗਾ ਸਾਹਮਣੇ ਜਿਹਦੇ ਗੱਡੀ ਦੇ ਬੋਨਟ ਦੇ ਉੱਤੇ ਖਲੋ ਕੇ ਮਤਲਬ ਵੀ ਤੁਸੀਂ ਜਿੰਦਾਬਾਦ ਮੁਰਦਾਬਾਦ ਦਿਹਾੜੀ ਤੇ ਬਈਏ ਖੜ ਕੇ 100 150 ਤੇ ਲਾ ਕੇ ਤੇ ਮੁੜ ਕੇ ਤੁਸੀਂ ਘਰ ਨੂੰ ਆ ਗਏ। ਠੀਕ ਆ ਨਾ? ਇਹ ਅੰਦੋਲਨ ਵਰਲਡ ਲੈਵਲ ਦਾ ਹੋ ਗਿਆ ਵਾ, ਨਾ ਕਿ ਇਹ ਮਤਲਬ ਵੀ ਕਿਸੇ ਥਾਣੇ ਦਾ ਘਰਾਓ ਵਾ ਜਿੱਥੇ ਤੁਸੀਂ ਪੁਲਿਸ ਕੋਲ ਛਿੱਤਰ ਵੀ ਖਾਧੇ ਤੇ ਮੁੜ ਕੇ ਬਾਅਦ ਦੇ ਵਿੱਚ ਘਰਾਂ ਨੂੰ ਵੀ ਆ ਗਏ ਕੱਪੜੇ ਪੜਵਾ ਕੇ। ਨਹੀਂ ਤੁਹਾਨੂੰ ਨਹੀਂ ਬਾਬਾ ਜੀ, ਇੱਕ ਹੋਰ ਹੈਗਾ ਵਾ। ਠੀਕ ਆ ਨਾ? ਤੁਸੀਂ
ਕੁਛ ਨਹੀਂ ਕਰ ਸਕਦੇ, ਨਥਿੰਗ। ਤੁਸੀਂ ਕੁਝ ਨਹੀਂ ਕਰ ਸਕਦੇ। ਜਿੰਨਾ ਚਿਰ ਤੁਸੀਂ ਲੱਖੇ ਤੇ ਦੀਪ ਵਰਗੇ ਬੰਦਿਆਂ ਨੂੰ ਦੂਰ ਰੱਖੋਗੇ ਨਾ, ਉਨਾ ਚਿਰ ਤੁਸੀਂ ਕਦੀ ਵੀ ਅੱਗੇ ਨਹੀਂ ਆ ਸਕਦੇ। ਹੁਣ ਐਸਾ ਮੈਂ ਤੇ 10 ਵਾਰੀ 15 ਵਾਰੀ ਬਲੌਗ ਵੀ ਕਰ ਹਟਿਆ, ਸਾਰਿਆਂ ਨੂੰ ਕਹਿ ਹਟਿਆ ਭਰਾਵਾ ਨਹੀਂ ਮੰਨਦੇ। ਹੁਣ ਮੈਂ ਕੀ ਕਰਾਂ? ਤੂੰ ਮੈਨੂੰ ਕੱਢ ਲਾ ਭਰਾਵਾ 10-12 ਗਾਲਾਂ ਹੋਰ, ਦੱਸ ਕੀ ਜਾਣਾ। ਠੀਕ ਹੈ ਜੀ। ਤੇ ਬਾਕੀ ਹੁਣ ਤੁਸੀਂ ਵੇਖ ਲਿਓ 6 ਤਰੀਕ ਤੋਂ ਬਾਅਦ ਮੈਨੂੰ ਵੀ ਦੱਸ ਦਿਓ ਕੋਈ ਪ੍ਰਾਪਤੀ ਹੋਈ। ਮੈਂ ਵੀ ਹੁਣ 15-16 ਤਰੀਕ ਤੱਕ ਘਰੇ ਹੀ ਹਾਂ, ਕਿਉਂਕਿ ਆਪਾਂ ਕਾਫੀ ਯਾਰ ਦਿਮਾਗ ਖਰਾਬ ਹੋਊਗੀ ਆਪਣੇ ਧਰਨੇ ਦੀ ਅਬ ਹੋਇਆ ਵਾ, ਤੇ ਆਪਾਂ ਨਹੀਂ ਦਊਗਾ। ਤੁਸੀਂ ਉਹਨੂੰ ਕਹੋਗੇ ਨਾ ਬਾਈ ਜੀ ਸਾਡਾ ਟੱਬਰ ਦਾ ਜੀ ਮਰਨ ਡਿਆ, ਸਾਨੂੰ ਖੂਨ ਦੀ ਲੋੜ ਆ, ਅਗਲਾ 2 ਬੋਤਲਾਂ ਕਢਵਾ ਦਊਗਾ। ਜੇ ਮੈਂ ਇਹਨਾਂ ਨਾਲ ਚੰਗੀ ਤਰ੍ਹਾਂ ਗੱਲ ਕਰਦਾ ਵਾਂ, ਚੰਗੀ ਤਰ੍ਹਾਂ ਮੈਂ, ਚਲੋ ਠੀਕ ਆ, ਪਹਿਲਾਂ ਹੋ ਸਕਦਾ ਹੁੰਦਾ ਕਈ ਵਾਰੀ ਕਈਆਂ ਨੂੰ ਕਿਸੇ ਦੀ ਗੱਲਬਾਤ ਕੁਝ ਨਹੀਂ ਲੱਗਦੀ ਚੰਗੀ, ਹੈ ਨਾ। ਹੋ ਸਕਦਾ ਇਹਨਾਂ ਨੂੰ ਕੁਝ ਗੱਲਾਂ ਮੇਰੀਆਂ ਨਹੀਂ ਚੰਗੀਆਂ ਮਤਲਬ ਵੀ ਲੱਗਦੀਆਂ ਹੁੰਦੀਆਂ ਕਈ ਵਾਰੀ, ਠੀਕ ਹੈ ਨਾ। ਤੇ ਮੈਨੂੰ ਟੋਕ ਵੀ ਦਿੰਦੇ ਆ ਕਈ ਬੰਦੇ ਜਿਹੜੇ ਮੇਰੇ ਯਾਰ ਦੋਸਤ ਆ, ਮੇਰੇ ਜਿਹੜੇ ਸੱਜਣ, ਉਨਾ ਚਿਰ ਤੁਸੀਂ ਕਦੀ ਵੀ ਅੱਗੇ ਨਹੀਂ ਆ ਸਕਦੇ। ਹੁਣ ਐਸਾ ਮੈਂ ਤੇ 10 ਵਾਰੀ 15 ਵਾਰੀ ਬਲੌਗ ਵੀ ਕਰ ਹਟਿਆ, ਸਾਰਿਆਂ ਨੂੰ ਕਹਿ ਹਟਿਆ ਭਰਾਵਾ ਨਹੀਂ ਮੰਨਦੇ। ਹੁਣ ਮੈਂ ਕੀ ਕਰਾਂ? ਤੂੰ ਮੈਨੂੰ ਕੱਢ ਲਾ ਭਰਾਵਾ 10-12 ਗਾਲਾਂ ਹੋਰ, ਦੱਸ ਕੀ ਜਾਣਾ।